ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੈਕਚਰ ਦਾ ਵਿਸ਼ਾ ਵਟ ਇਜ਼ ਰਿਲੀਜਨ ਹੈ। ਅੱਜ ਪੂਰੇ ਸੰਸਾਰ ਦੇ ਵਿੱਚ ਮਨੁੱਖਤਾ ਨੂੰ ਬਚਾਉਣ ਲਈ ਚਿੰਤਨ ਹੋ ਰਹੇ ਨੇ। ਮਨੁੱਖ ਦੀਆਂ ਮਾਨਸਿਕ ਪਰੇਸ਼ਾਨੀਆਂ ਦਾ ਹੱਲ ਲੱਭਣ ਦਾ ਯਤਨ ਹੋ ਰਿਹਾ ਹੈ। ਇੱਥੋਂ ਤੱਕ ਕਿ ਅਮਰੀਕਾ ਵਰਗੇ ਮੁਲਕ ਦੇ ਪ੍ਰੈਜ਼ੀਡੈਂਟ ਕਲਿੰਟਨ ਨੂੰ ਇੱਕ ਵਾਰੀ ਆਪਣੀ ਕੌਮ ਦੇ ਨਾਮ ਦੇ ਸੰਦੇਸ਼ ਵਿੱਚ ਕਹਿਣਾ ਪਿਆ, ਗੋ ਬੈਕ ਟੂ ਰਿਲੀਜਨ, ਕਿ ਧਰਮ ਦੇ ਵੱਲ ਵਾਪਸ ਆਓ। ਤਾਂ ਉਸ ਕੰਟੈਸਟ ਨੂੰ ਲੈ ਕੇ ਅਸੀਂ ਅੱਜ ਦਾ ਜਿਹੜੀ ਗੱਲ ਕਰਨ ਜਾ ਰਹੇ ਹਾਂ, ਅਸੀਂ ਅੱਜ ਇਹ ਗੱਲ ਕਰਨੀ ਹੈ ਕਿ ਧਰਮ ਕੀ ਹੈ ਔਰ ਧਰਮ ਦੀ ਵਿਚਾਰਧਾਰਾ ਕੀ ਹੈ ਔਰ ਗੁਰੂ ਗ੍ਰੰਥ ਸਾਹਿਬ ਕਿਹੜਾ ਧਰਮ ਕਹਿ ਰਿਹਾ। ਦੇਖੋ, ਅੱਜ 21ਵੀਂ ਸੈਂਚੁਰੀ 'ਚ ਅਸੀਂ ਵਿਚਰ ਰਹੇ ਹਾਂ। ਮਲਟੀਨੈਸ਼ਨਲ ਕੰਪਨੀਜ਼ ਦੇ ਇੱਥੇ ਬੜੇ ਬੱਚੇ ਬੈਠੇ ਹੋਣਗੇ, ਨੌਜਵਾਨ ਜਿਹੜੇ ਮਲਟੀਨੈਸ਼ਨਲ ਕੰਪਨੀਜ਼ ਦੇ ਵਿੱਚ ਕੰਮ ਕਰ ਰਹੇ ਨੇ। ਕਿਸੇ ਟਾਈਮ IQ ਹੁੰਦਾ ਸੀ, ਇੰਟੈਲੀਜੈਂਸ ਦੀ ਗੱਲ ਹੁੰਦੀ ਸੀ। ਫਿਰ ਥੋੜ੍ਹੇ ਸਮੇਂ ਬਾਅਦ ਜਿਵੇਂ ਜਿਵੇਂ ਸਮਾਂ ਡਿਵੈਲਪ ਹੁੰਦਾ ਗਿਆ, ਫਿਰ EQ ਆ ਗਿਆ, ਇਮੋਸ਼ਨਸ ਦੀ ਗੱਲ ਆ ਗਈ ਵੀ ਇੰਟੈਲੀਜੈਂਟ ਹੋਣਾ ਹੀ ਕਾਫੀ ਨਹੀਂ ਹੈ, ਇਮੋਸ਼ਨਸ ਵੀ ਹੋਣੇ ਚਾਹੀਦੇ ਨੇ ਇਨਸਾਨ। ਔਰ ਅੱਜ ਦੀ ਦੁਨੀਆ ਦੇ ਵਿੱਚ ਇੱਕ ਨਵੀਂ ਜਿਹੜੀ ਟਰਮ ਆ ਗਈ, ਜਿਹੜੀ ਮਲਟੀਨੈਸ਼ਨਲ ਕੰਪਨੀਜ਼ ਵੀ ਇਸ ਗੱਲ ਨੂੰ ਬੜੀ ਤਰਜੀਹ ਦੇ ਰਹੇ ਨੇ ਕਿ SQ ਵੀ ਹੋਣਾ ਚਾਹੀਦਾ, ਸਪਿਰਿਚੁਅਲ। ਇੰਟੈਲੀਜੈਂਟ ਵੀ ਹੋਵੇ, ਇਮੋਸ਼ਨਲ ਵੀ ਹੋਵੇ, ਨਾਲ ਉਹ ਸਪਿਰਿਚੁਅਲ ਵੀ ਹੋਵੇ। ਤਾਂ ਉਸ ਕੰਟੈਸਟ ਵਿੱਚ ਮੈਂ ਸਮਝਦਾ ਕਿ ਅੱਜ ਦੇ ਇਸ ਲੈਕਚਰ ਦਾ ਬੜਾ ਮਹੱਤਵ ਹੈ। ਦੇਖੋ, ਮੈਂ ਸ਼ੁਰੂਆਤ ਗੱਲ ਕਰਾਂ ਤਾਂ ਇਨਸਾਨ ਇੱਕ ਸਮਾਜਿਕ ਜੀਵ ਹੈ ਔਰ ਅਤੇ ਇਹ ਸਮਾਜ ਬਣਾ ਕੇ ਹੀ ਸਮਾਜ ਵਿੱਚ ਰਹਿਣਾ ਪਸੰਦ ਕਰਦਾ ਹੈ। ਔਰ ਸਮਾਜ ਤਾਂ ਰਹਿ ਸਕਦਾ ਹੈ, ਕਾਇਮ ਤਾਂ ਰਹਿ ਸਕਦਾ ਜੇ ਸਮੁੱਚੀ ਭਲਾਈ ਲਈ ਕੁਝ ਕਾਇਦੇ ਕਾਨੂੰਨ ਹੋਣ। ਕਾਇਦੇ ਕਾਨੂੰਨ ਜਿਹੜੇ ਨੇ, ਉਹਨਾਂ ਦੇ ਨਿਯਮ ਤਾਂ ਹੀ ਕਾਇਮ ਹੋ ਸਕਦੇ ਨੇ ਜੇ ਕੋਈ ਪੋਲੀਟੀਕਲ ਸਿਸਟਮ ਹੋਵੇ, ਕੋਈ ਰਾਜ ਹੋਵੇ। ਤਾਂ ਇਹ ਰਾਜਸੀ ਤਾਕਤ ਰਾਹੀਂ ਜਿਹੜੇ ਨੇ ਇਹ ਕਾਇਦੇ ਬਣ ਸਕਦੇ ਨੇ ਔਰ ਇਹਨਾਂ ਨਿਯਮਾਂ ਉੱਤੇ ਹੀ ਲੋਕ ਚੱਲ ਕੇ ਇੱਕ ਚੰਗੇ ਸਮਾਜ ਦੇ ਵਿੱਚ ਜਿਹੜਾ ਆਪਣੇ ਆਪ ਦੇ ਵਿੱਚ ਵਿਚਰ ਸਕਦੇ ਨੇ। ਔਰ ਅਗਰ ਕਿਸੇ ਨਿਯਮ ਦੇ ਪਿੱਛੇ ਕੋਈ ਸਜ਼ਾ ਹੋਵੇ ਤਾਂ ਮੈਨੂੰ ਲੱਗਦਾ ਕਿ ਜਿਹੜੇ ਉਹ ਕਾਇਦੇ ਕਾਨੂੰਨ ਨੇ ਉਹ ਫਿਰ ਡਿਸਿਪਲਿਨ ਨਾਲ ਚੱਲਦੇ ਨੇ। ਪਰ ਕੁਝ ਇਸ ਤਰ੍ਹਾਂ ਦੇ ਵੀ ਅਨਡਿਸਿਪਲਿਨਡ ਗੱਲਾਂ ਨੇ, ਜਿਵੇਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਮੇਰੇ ਮਨ ਦੇ ਵਿੱਚ ਆ ਗਿਆ ਕਿ ਮੈਂ ਉਸ ਦਾ ਨੁਕਸਾਨ ਕਰ ਦੇਵਾਂ, ਪਰ ਜਦ ਤੱਕ ਮੈਂ ਫਿਜ਼ੀਕਲ ਨੁਕਸਾਨ ਨਾ ਕਰਾਂ ਰਾਜਸੀ ਕਾਨੂੰਨ ਕੁਝ ਨਹੀਂ ਕਰ ਸਕਦਾ। ਉਹਨਾਂ ਨੂੰ ਕੌਣ ਸੰਭਾਲ ਸਕਦਾ? ਉਹਨਾਂ ਦਾ ਕੀ ਫਿਰ ਉਸ ਨੂੰ ਠੀਕ ਕਰਨ ਲਈ ਉਹਦਾ ਕੀ ਨਿਯਮ ਹੋ ਸਕਦਾ? ਤਾਂ ਫਿਰ ਉਹਦੇ ਲਈ ਜਿਹੜੀ ਰੱਬ ਦਾ ਕਨਸੈਪਟ ਜਾਂ ਧਰਮ ਦਾ ਕਨਸੈਪਟ ਬੜਾ ਜ਼ਰੂਰੀ ਹੈ। ਇਸ ਲਈ ਮੈਂ ਕਿਸੇ ਵੀ ਇੱਕ ਆਈਡੀਅਲ ਸੁਸਾਇਟੀ ਨੂੰ ਚਲਾਉਣ ਲਈ ਜਿਹੜੇ ਧਰਮ ਦਾ ਕਨਸੈਪਟ ਹੈ ਜਾਂ ਜਿਹੜੀ ਰੱਬ ਦੀ ਹੋਂਦ ਦਾ ਜਿਹੜੀ ਸੋਚ ਹੈ ਉਹ ਬਹੁਤ ਜ਼ਰੂਰੀ ਹੈ। ਇਹ ਪਲੇਟੋ ਤੱਕ ਨੇ ਕਿਹਾ ਕਿ ਇੱਕ ਚੰਗਾ ਸਮਾਜ ਚਲਾਉਣਾ ਹੈ ਜਾਂ ਇੱਕ ਚੰਗੀ ਸੁਸਾਇਟੀ ਚਲਾਉਣੀ ਹੈ ਤੇ ਰੱਬ ਦਾ ਜਿਹੜਾ ਸੰਕਲਪ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਰੱਬ ਨੂੰ ਨਹੀਂ ਵੀ ਮੰਨਦੇ ਉਹ ਵੀ ਇਹ ਕਹਿੰਦੇ ਨੇ ਕਿ ਰੱਬ ਦੀ ਹੋਂਦ ਦਾ ਅਹਿਸਾਸ ਬੰਦੇ ਵਿੱਚ ਹੋਣਾ ਬੜਾ ਜ਼ਰੂਰੀ ਹੈ। ਤਾਂ ਇੱਕ ਆਦਰਸ਼ਕ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ, ਉਹਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ, ਇਹ ਧਰਮ ਦੱਸਦਾ ਹੈ। ਰਾਜੇ ਦਾ ਪ੍ਰਜਾ ਪ੍ਰਤੀ, ਮਨੁੱਖ ਦਾ ਮਨੁੱਖ ਪ੍ਰਤੀ ਕੀ ਫਰਜ਼ ਨੇ, ਕੀ ਅਧਿਕਾਰ ਨੇ, ਇਹ ਧਰਮ ਤੈਅ ਕਰਦਾ ਹੈ। ਤੇ ਇਸ ਲਈ ਭਾਵੇਂ ਕਿ ਅੱਜ ਵਿਕਾਸ ਦੀ ਦੁਨੀਆ ਔਰ ਅੱਜ ਦੇ ਸਾਡੇ ਬੱਚੇ ਔਰ ਨੌਜਵਾਨ ਜਿਹਦੀ ਸਾਨੂੰ ਚਿੰਤਾ ਹੈ ਔਰ ਸਾਨੂੰ ਚਿੰਤਨ ਕਰਨ ਦੀ ਜ਼ਰੂਰਤ ਹੈ, ਉਹ ਧਰਮ ਨੂੰ ਆਪਣੇ ਵਿਕਾਸ ਦਾ ਰੋੜਾ ਸਮਝਦੇ ਨੇ, ਓਬਸਟੈਕਲ ਸਮਝਦੇ ਨੇ ਕਿ ਧਰਮ ਜਿਹੜਾ ਹੈ ਇਹ ਬੜੀ ਕੋਈ ਬੈਕਵਰਡ ਚੀਜ਼ ਹੈ। ਪਰ ਅਸੀਂ ਤੁਹਾਨੂੰ ਦੱਸਣਾ ਹੈ ਕਿ ਧਰਮ ਬੈਕਵਰਡ ਨਹੀਂ ਹੈ। ਧਰਮ ਅੱਜ ਦੀ ਦੁਨੀਆ ਲਈ ਬਹੁਤ ਬਹੁਤ ਅਹਿਮ ਐਸਪੈਕਟ ਹੈ। ਇੱਥੋਂ ਤੱਕ ਕਿ ਪੂਰੇ ਵਰਲਡ ਦੇ ਵਿੱਚ ਅੱਜ ਬੜਾ ਚਿੰਤਨ ਹੋ ਰਿਹਾ ਹੈ। ਵਾਇਲੈਂਸ ਇਨ ਦਾ ਨੇਮ ਆਫ ਗਾਡ ਦੇ ਉੱਤੇ ਜਿਹੜੇ ਕ੍ਰਿਸਚੀਅਨ ਦੇ ਪੋਪ ਨੇ ਉਹ ਪੂਰੇ ਵਰਲਡ ਦੇ ਅਲੱਗ-ਅਲੱਗ ਮਜ਼ਹਬਾਂ ਦੇ ਲੋਕਾਂ ਨੂੰ ਬੁਲਾ ਕੇ ਇਹਦੇ ਉੱਤੇ ਸੈਮੀਨਾਰ ਕਰਵਾ ਰਹੇ ਨੇ ਕਿ ਵਾਇਲੈਂਸ ਇਨ ਦਾ ਨੇਮ ਆਫ ਗਾਡ ਹੋ ਰਿਹਾ ਅੱਜ ਵਰਲਡ। ਔਰ ਦੇਖੋ, ਕਿਸੇ ਧਰਮ ਦੇ ਵਿੱਚ ਵਾਇਲੈਂਸ ਦੀ ਗੱਲ ਨਹੀਂ ਹੈ, ਪਰ ਅੱਜ ਜਿਤਨੇ ਵੀ ਕਤਲੋ ਗਾਰਤ ਹੋ ਰਿਹਾ ਹੈ, ਜਿਤਨੀ ਅਨਰੈਸਟ ਹੈ ਇਸ ਵਰਲਡ ਦੇ ਵਿੱਚ, ਉਹ ਸਾਰੇ ਧਰਮ ਦੇ ਨਾਂ ਦੇ ਉੱਤੇ ਹੈ। ਇਹਦਾ ਕੀ ਕਾਰਨ ਹੈ? ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਹੈ ਕਿ ਅਸੀਂ ਧਰਮ ਨੂੰ ਸ਼ਾਇਦ, ਧਰਮ ਦੀ ਫਿਲਾਸਫੀ ਨੂੰ ਸ਼ਾਇਦ ਨਹੀਂ ਸਮਝ ਸਕੇ। ਇਸ ਲਈ ਸਾਨੂੰ ਬਹੁਤ ਬਹੁਤ ਵੱਡੀ ਜ਼ਰੂਰਤ ਹੈ। ਔਰ ਮੈਂ ਗੁਰੂ ਨਾਨਕ ਦਾ ਉਪਾਸ਼ਕ ਇਸ ਲਈ ਬਣਿਆ। ਜਦੋਂ ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝ ਲਾਵਾਂਗੇ ਨਾ, ਮੈਂ ਰਾਤ ਨੂੰ ਵੀ ਕਿੱਥੇ ਬੋਲ ਰਿਹਾ ਸੀ ਤੇ ਮੈਂ ਉੱਥੇ ਵੀ ਇਹੀ ਗੱਲ ਕਹੀ ਹੈ ਕਿ ਜਿਹੜਾ ਬੱਚਾ ਗੁਰੂ ਨਾਨਕ ਨੂੰ ਸਮਝ ਲਏਗਾ, ਗੁਰੂ ਨਾਨਕ ਦੀ ਫਿਲਾਸਫੀ ਨੂੰ ਸਮਝ ਲਏਗਾ। ਅੱਜ ਬੜੀ ਚਿੰਤਾ ਹੈ ਨਾ, ਬੱਚੇ ਸਾਡੇ ਜਿਹੜੇ ਨੇ ਸਿੱਖੀ ਤੋਂ ਦੂਰ ਜਾ ਰਹੇ ਨੇ,
इस स्वरूप के प्रति, भाषा के प्रति, अपने इष्ट धर्म के प्रति। तो मेरा दव है कि जिहड़ा गुरु नानक नूं समझ लेगा वो फिर कभी भी यह जिहड़ी असीं चिंतावां कर रहे हैं, शायद वो चिंतावां सानूं करन दी जरूरत नहीं होएगी। मैं कल उत्थे रात भी कहा तो अज मैं उत्थे भी जरूर कहांगा कि ये जिहड़ा साडी दिख है ना, ये है एक हुंदा इश्क दा आगाज, एक हुंदी इश्क दी इंतहा। इस स्वरूप इश्क दी इंतहा है। इश्क दा आगाज गुरु नानक दी फिलोसफी है। प्रॉब्लम यही है कि असी इश्क दा जिहड़ा आगाज है ना, उत्थों तो असी शुरू नहीं होए, तो शुरू हो गए इश्क दी इंतहा तो। इसलिए साडे बच्चे नहीं समझ पा रहे इनर इंजीनियरिंग ते आउटर इंजीनियरिंग की गल। असी तुहानूं इनर इंजीनियरिंग की गल दसनी है। तो मैनूं गुरु नानक की जिहड़ी परिभाषा है धर्म की, जिसते पूरा लैक्चर ही हुण होना है, तो गुरु नानक ने एक बड़ी खूबसूरत धर्म की जिहड़ी डेफिनेशन देती है। जे असी उस डेफिनेशन नूं ही समझ लिया, अपने अंदर वसा लिया, तो फिर सब चिंतावां खत्म। वो है धोल धर्म दया का पूत, संतोख थाप रखिया जिन सूत। मित सी ना कि इस धरती नूं धोल ने चक्या, किसी बलद ने चक्या होया है। गुरु नानक साहब ने कहा नहीं, इस धरती नूं धर्म ने चक्या होया है। इस धर्म के कारण ये धरती होंद विच है। फिर धर्म की नाल डेफिनेशन देती, धर्म केड़ा? सन ऑफ कंपैशन, जिहड़ा दया दा पूत है। नाल संतोख की गल की, दया फॉर अदर्स, संतोख फॉर ओवर सेल्फ। यह दो गल्लां। और जे एक गल आपां इत्थे चंगी तरह समझ लीए, जिहदे विच कंपैशन और कंटेंटमेंट नहीं है, जिहदे दया ते संतोख नहीं है, वो जिन्ने मर्जी भेक कर लवे, फिर वो धर्मी नहीं है। ये तय है, ये पैमाना है, बैरोमीटर का दसता गुरु नानक ने धर्मी का। कि तुसी बड़ियां नूं मिलदे होवोगे, उन्हां दे सरूपां दे उत्ते तुसी मत्थे टेकदे होवोगे, पर जे दया ते धर्म नहीं है, दया ते संतोख नहीं है, तो नहीं है। तो कवि ने बड़ी, मैं हर बार ये गल जरूर सुनाना, ये रिपीट भी भावें हो जाती होएगी। एक कवि ने इस दे उत्ते एक गल कही, उन्हें कहा कि तुसी सुनिया नहीं, सारे जमाने नूं पता है कि धरती दे हेठला जिहड़ा बल्द है वो लापता है, इसलिए धरती डोलदी है। ये जिन्ना अनरेस्ट है क्योंकि धर्म इहदे चों असीं मनफी करता है, इसलिए अनरेस्ट हो रहा है। और फिर वो अगे वो कहते हैं कि जिहड़ा ये बलद है, इसकी चोरी का इल्जाम साडे सारियां ते, तुहाडे ते, मेरे ते, सब ते लग रहा है। कि कित्थे ना कित्थे धर्म नूं वायलेट असीं खुद कर रहे हैं, क्योंकि धर्म नूं असीं पूरी तरह समझ नहीं रहे। असीं झूठो झीठी खेड के एक अलग ही संचार बनाया, एक सच अलग बनाया होया है। असीं अपनियां लीकां आप चुनियां ने, सानूं की मत आनी है। ये गल्लां जिहड़ियां ने, इहनूं समझण वाली गल है। तो धर्म की गल जिहड़ी है, धर्म दा जिहड़ा सब तो वड्डा सत्कार है जो असीं प्रगट कर सकते हैं, वो है धर्म का उपयोग करिए, उसनूं जानिए। जो इसका विचार करता है, इसनूं जींदा नहीं है, वो अपने आप नूं भी धोखा दे रहा है। जिहड़ी गल मैं पहले, द रियल क्वेश्चन इज नॉट वैदर लाइफ एग्जिस्ट आफ्टर डेथ। ये सवाल नहीं है कि मरण तो बाद कोई अगे की है, स्वर्ग है, नरक है, या कोई होर जिंदगी है। सवाल यह है कि मरण तो पहले असीं किवें जिंदगी जी रहे हैं। ये जिस दिन साडे सवालों ते जहनां नूं असीं समझ सकांगे, जहनां दे विच गल लिया के कि वो है कि द रियल क्वेश्चन इज वैदर वी आर अलाइव बिफोर डेथ। बस यही समझण वाली गल है कि असीं तुहानूं, मैं एक गल स्पष्ट करां ते मैं बस इन्नी गल करके मैं डॉक्टर साहब नूं कहांगा कि धर्म का लक्ष्य सिर्फ इंसान विचों इंसानियत नूं जगाना है, मनुख विचों मनुखता नूं जगाना है। ये धर्म है। धर्म संस्कृत का वर्ड है। मैं गुरु नानक साहब की जिहड़ी धर्म की डेफिनेशन दी है, उसतों यह सिद्ध होंदा है कि दुनिया दे विच, पूरी कायनात विच धर्म इक्को ही है। असी मजहब हाँ अलग अलग, सिख मजहब है, हिंदू मजहब है, इस्लाम मजहब है, धर्म इक्को ही है, क्योंकि वैल्यू जिहड़ियां ने धर्म दियां वो इक्को ही ने। तो धर्म संस्कृत का वर्ड है, इसका बहुवचन है ही नहीं, ये बस सिंगुलर ही है। पर यह गल मैं क्लीयर करा जरूर कि वी कैन नॉट एंड विल नॉट टीच यू एनीथिंग, वी कैन ओनली मेक यू थिंक। असी तुहानूं कुछ पढ़ाना नहीं है, पर तुहानूं सोचण ते मजबूर जरूर कर देंगे कि जो तुसी अज धर्म के नां ते जो कुछ असी लोग कर रहे हैं, कि वो धर्म है और गुरु ग्रंथ साहब का धर्म की है। असी ये सोचण लई तुहानूं मजबूर जरूर करांगे। धर्म जिहड़ा इंटरनल ऑडिट है, लर्न टू चेंज द वर्ड इनसाइड अस। जिहड़ा साडे अंदर दा जिहड़ा संसार है, उसनूं चेंज करन दी जिहड़ी गल है असीं करनी है। तो अज दे इस लैक्चर दे विच साडे कोल
डॉक्टर हरभजन सिंह जी पटियाला यूनिवर्सिटी पंजाबी यूनिवर्सिटी ਦੇ ਵਿੱਚੋਂ ਡਾਕਟਰ ਸਾਹਿਬ ਨੇ। ਮੈਂ ਇੱਥੇ ਗੁਰਮਤ ਕਾਲਜ ਵਿੱਚ ਹੀ ਐਮਏ ਕਰਕੇ और ਡਾਕਟਰੇਟ ਕਰ ਰਿਹਾ ਜਪਜੀ ਸਾਹਿਬ ਤੇ, और ਇਹ ਮੇਰੇ ਗਾਈਡ ਨੇ। और मैं बड़ी बार ਬਜ਼ੁਰਗਾਂ ਨੇ ਦੱਸਿਆ ਕਿ ਕਦੀ ਕਿਸੇ ਦੇ ਮੂੰਹ ਤੇ ਉਹਦੀ ਤਾਰੀਫ ਨਹੀਂ ਕਰਨੀ ਚਾਹੀਦੀ, ਪਰ ਮੈਂ ਲਿਬਰਟੀ ਲੈ ਸਕਦਾ ਕਿ ਡਾਕਟਰ ਸਾਹਿਬ ਦੇਹਰਾਦੂਨ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਇੱਕ ਸੈਂਟਰ ਹੈ, ਡਾਕਟਰ ਬਲਬੀਰ ਸਿੰਘ ਜਿਹੜੇ ਭਾਈ ਵੀਰ ਸਿੰਘ ਦੇ ਛੋਟੇ ਬ੍ਰਦਰ ਸੀ, ਸਿਹਤ ਕੇਂਦਰ ਦੇਹਰਾਦੂਨ, ਉਹਦੇ ਵਿੱਚ ਡਾਕਟਰ ਸਾਹਿਬ ਡਾਇਰੈਕਟਰ ਨੇ। ਔਰ ਉੱਥੇ ਨਿਰੁਕਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਕੰਮ ਕਰ ਰਹੇ ਨੇ। ਪੰਚਵਟੀ ਮੈਗਜ਼ੀਨ ਉੱਥੋਂ ਨਿਕਲਦਾ, ਉਹਦੇ ਐਡੀਟਰ ਨੇ। ਔਰ ਹੁਣੇ ਮੈਂ ਪਰਸੋਂ ਇਹਨਾਂ ਕੋਲ ਹੀ ਸੀ ਦੇਹਰਾਦੂਨ, ਉੱਥੇ ਇੱਕ ਸੈਮੀਨਾਰ ਸੀ ਨਿਰਮਲਿਆਸ ਦੇ ਉੱਤੇ, ਜਿਹੜੇ ਸਾਡੇ ਥਿੰਕ ਟੈਂਕ ਕਿਸੇ ਟਾਈਮ ਸਿੱਖਿਜ਼ਮ ਦੇ ਥਿੰਕ ਟੈਂਕ ਨਿਰਮਲੇ ਹੁੰਦੇ ਸੀ। ਵਕਤ ਨੇ ਪਤਾ ਨਹੀਂ ਕੀ ਮੋੜ ਖਾਇਆ, ਸਾਡੇ ਵਿੱਚ ਨਿਰਮਲਿਆਂ ਤੇ ਸਿੱਖਾਂ ਦੇ ਵਿੱਚ ਕਾਫੀ ਗੈਪ ਆ ਗਿਆ। ਉਹਦੇ ਬਾਰੇ ਹੋਰ ਕਦੀ ਗੱਲ ਕਰਾਂਗੇ ਕਿਸੇ ਦਿਨ। ਤੇ ਇੱਕ ਭਰਮ ਤੋੜ ਗ੍ਰੰਥ ਜਿਹੜਾ ਲਗਭਗ 125-150 ਸਾਲ ਪਹਿਲੇ ਲਿਖਿਆ ਗਿਆ ਸੀ ਸੰਤ ਮੋਹਰੀ ਸਿੰਘ ਦੇ ਨਿਰਮਲਿਆਂ ਨੇ, ਉਸ ਦੇ ਉੱਤੇ ਸੈਮੀਨਾਰ ਸੀ। ਤੇ ਮੈਂ ਜਦੋਂ ਭਰਮ ਤੋੜ ਗ੍ਰੰਥ ਦਾ ਹੈਡਿੰਗ ਦੇਖਿਆ, ਮੈਨੂੰ ਲੱਗਿਆ ਕਿ ਵਹਿਮਾਂ ਭਰਮਾਂ ਦੀ ਤੇ ਕਰਮ ਕਾਂਡਾਂ ਦੀ ਗੱਲ ਹੋਏਗੀ ਉਹਦੇ ਵਿੱਚ, ਕਿਉਂਕਿ ਇੱਕ ਇੱਥੇ ਲੈਕਚਰਰ ਆਣੇ ਨੇ ਡਾਕਟਰ ਇੰਦਰਜੀਤ ਸਿੰਘ ਜੀ, ਉਹਨਾਂ ਨੇ ਇੱਕ ਭਰਮ ਤੋੜ ਸਿੰਘ ਇੱਕ ਕਿਤਾਬ ਲਿਖੀ ਹੈ, ਉਹਦੇ 'ਚ ਵਹਿਮਾਂ ਭਰਮਾਂ ਦੀ ਗੱਲ ਹੈ। ਪਰ ਜਦੋਂ ਮੈਂ ਇਹ ਗ੍ਰੰਥ ਪੜ੍ਹਿਆ, ਯੂ ਬਲੀਵ ਮੀ, ਕਪਾਟ ਖੁੱਲ ਗਏ। ਔਰ ਉਸ ਦੀ ਇੱਕ ਲਾਈਨ ਪਹਿਲੀ ਪੜ੍ਹ ਕੇ ਹੀ ਮੈਂ ਦੱਸਾਂ ਕਿ ਸਭ ਤੋਂ ਪਹਿਲੇ ਸ਼ੁਰੂ ਕੀਤਾ ਕਿ ਦੁਨੀਆ ਦਾ ਸਭ ਤੋਂ ਵੱਡਾ ਭਰਮ ਅਗਿਆਨਤਾ ਹੈ। ਇਹ ਗੱਲ ਬੁੱਧ ਧਰਮ ਨੇ ਵੀ ਕਹੀ ਹੈ, ਬੁੱਧ ਨੇ ਵੀ ਕਹੀ ਹੈ, ਮਹਾਤਮਾ ਬੁੱਧ ਨੇ, ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਭਰਮ ਅਗਿਆਨਤਾ ਹੈ। ਤੇ ਗੁਰੂ ਗ੍ਰੰਥ ਸਾਹਿਬ ਦਾ ਧਰਮ ਜਿਹੜਾ ਹੈ ਉਹ ਸਭ ਤੋਂ ਪਹਿਲੀ ਗੱਲ ਹੀ ਕਰਦਾ ਗਿਆਨ ਦੀ। ਗੁਰੂ ਨਾਨਕ ਸਾਹਿਬ ਨੇ ਗੱਲ ਹੀ ਇੱਥੇ ਆ ਕੇ ਪਹਿਲੇ ਗਿਆਨ ਦੀ ਕਰਤੀ, ਜਦੋਂ ਮਿੱਥ ਇਹ ਕਹਿਤੀ ਕਿ ਦੁਨੀਆ ਨੂੰ ਬਲਦ ਨੇ ਨਹੀਂ ਚੁੱਕਿਆ ਹੋਇਆ, ਧਰਮ ਨੇ ਚੁੱਕਿਆ ਹੋਇਆ। ਇਹ ਗਿਆਨ ਦੀ ਗੱਲ ਸੀ। तो डॉक्टर हरभजन सिंह जी गुरमत दे गुरबाणी दे बहुत वड्डे ज्ञाता ने, व्याकरण दे बड़े मास्टर ने। मैं डॉक्टर साहब नूं बेनती करांगा कि अज साडा पहला लैक्चर व्हाट इज रिलीजन, यूनीवर्सल रिलीजन, ये की है, इस बारे आप जी अपने विचार दो। बहुत ही विवेकी अते परम प्यारे सरदार हरिंदरपाल सिंह जी, परम प्रबुद्ध श्रोता जनों, वाहिगुरु जी का खालसा, वाहिगुरु जी की फतेह। आप जी ने बहुत सारिया विचारां भूमिका के रूप में सरदार हरिंदरपाल सिंह जी तो श्रवण कीतियां हन। कि धर्म नाल धर्म की है ते किहड़ा स्वरूप मनुख ने उसका बना दिता है, धर्म किहो जिहा हो गया है, किहो जिहा होना चाहिए है। मैं ये निवेदन करांगा कि जिस धर्म ने मनुखता विच खिच्चोतान घटाउणी सी, अज वो शायद खिच्चोतान का सब तो वड्डा कारण बन गया है। उन ये अज की गल नहीं, जे असी मनुखता का इतिहास जिथों तक इनफॉर्मेशन साडे कोल है उसनूं वाचीए, वख-वख सिविलाइजेशन का इतिहास वाचीए, तो ये तत्थ साडे सामने जरूर आवेगा कि जितने लोग धर्म के नाम ते मारे गए ने, उतने शायद राजनीति की लालसा ने भी उतने लोगों नहीं मारिया।
ਕਾਰਨ ਕੀ ਹੈ? ਮੂਲ ਕਾਰਨ ਇਹ ਵੇ ਕਿ ਬੰਦਾ ਖੁਦ ਧਾਰਮਿਕ ਨਹੀਂ ਹੋਣਾ ਚਾਹੁੰਦਾ, ਉਹ ਦੂਜੇ ਨੂੰ ਧਾਰਮਿਕ ਬਣਾਉਣਾ ਚਾਹੁੰਦਾ ਹੈ। ਜੇ ਕੋਈ ਇੱਕ ਰੱਬ, ਇੱਕ ਪਰਮਾਤਮਾ ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਮੂਰਤੀ ਪੂਜਾ ਕਰਦਾ ਹੈ, ਕੋਈ ਹੋਰ ਕਰਮਕਾਂਡ ਕਿਸੇ ਹੋਰ ਰੂਪ ਵਿੱਚ ਰੱਬ ਨੂੰ ਦੇਖਦਾ ਹੈ, ਇਹਦਾ ਮੇਰੀ ਸਿਹਤ ਤੇ ਕੀ ਅਸਰ ਹੋ ਰਿਹਾ ਹੈ? ਸਿਹਤ ਉਹਦੀ ਖਰਾਬ ਹੋਏਗੀ ਨਾ, ਉਹ ਮੰਜ਼ਿਲ ਤੇ ਨਹੀਂ ਪਹੁੰਚ ਸਕੇਗਾ। ਮੈਂ ਤੇ ਵੱਧ ਤੋਂ ਵੱਧ ਇਤਨਾ ਹੀ ਕਰ ਸਕਦਾ ਹਾਂ ਨਾ ਕਿ ਮੈਨੂੰ ਕਰਨਾ ਤੇ ਇਹ ਚਾਹੀਦਾ ਕਿ ਮੈਂ ਉਹਨੂੰ ਸਮਝਾਵਾਂ ਕਿ ਦੇਖ ਭਾਈ, ਇਸ ਰਸਤੇ ਤੇ ਚੱਲ ਕੇ ਤੂੰ ਮੰਜ਼ਿਲ ਤੱਕ ਪਹੁੰਚਣ ਵਿੱਚ ਤੈਨੂੰ ਪਰੇਸ਼ਾਨੀ ਹੋਵੇਗੀ। ਪਿਆਰ ਸਹਿਤ ਕਹਿ ਸਕਦਾ ਹਾਂ ਜੇ ਉਹ ਮੇਰੀ ਗੱਲ ਸੁਣਨ ਲਈ ਤਿਆਰ ਹੋਵੇ। ਪਰ ਅਸੀਂ ਕਰਦੇ ਕੀ ਹਾਂ ਕਿ ਤੂੰ ਸਾਡੇ ਵਾਲੇ ਰਸਤੇ ਤੇ ਨਹੀਂ ਚੱਲਦਾ, ਇਸ ਕਰਕੇ ਤੈਨੂੰ ਜੀਣ ਦਾ ਕੋਈ ਅਧਿਕਾਰ ਹੀ ਨਹੀਂ ਹੈ। ਪਰੇਸ਼ਾਨੀ ਉਸ ਦੀ ਹੈ ਕਿ ਉਹ ਰੱਬ ਤੱਕ ਪਹੁੰਚ ਨਹੀਂ ਸਕੇਗਾ, ਪਰ ਉਹ ਪਰੇਸ਼ਾਨੀ ਮੇਰੀ ਬਣ ਗਈ ਕਿ ਇਹ ਕਿਉਂ ਨਹੀਂ ਪਹੁੰਚ ਰਿਹਾ, ਆਪ ਤੇ ਪਹੁੰਚਿਆ ਨਹੀਂ ਮੈਂ। ਉਸ ਨੂੰ ਪਹੁੰਚਾਉਣਾ ਜਿਹੜਾ ਹੈ, ਮੈਂ ਸਮਝਦਾ ਕਿ ਇਹਦਾ ਮੈਂ ਕੋਈ ਠੇਕਾ ਲੈ ਰੱਖਿਆ। ਇਸ ਕਰਕੇ ਅੱਜ ਦੇ ਵਾਤਾਵਰਨ ਵਿੱਚ ਵੀ ਅਸੀਂ ਦੇਖਾਂਗੇ, ਰੋਜ਼ ਖਬਰਾਂ ਸੁਣਦੇ ਹੀ ਰਹਿੰਦੇ ਹਾਂ ਕਿ ਧਰਮ ਦੇ ਨਾਮ ਦੇ ਉੱਤੇ ਕਿਵੇਂ ਲੋਕਾਂ ਦੀ ਹੱਤਿਆ ਕੀਤੀ ਜਾਂਦੀ ਹੈ, ਮਾਰਿਆ ਜਾਂਦਾ ਹੈ, ਬੱਚੇ ਮਾਰੇ ਜਾਂਦੇ ਨੇ, ਇਸਤਰੀਆਂ ਦੀ ਬੇਇੱਜ਼ਤੀ ਕੀਤੀ ਜਾਂਦੀ ਹੈ। ਇਹਨਾਂ ਚੀਜ਼ਾਂ ਨੂੰ ਵੇਖ ਕੇ ਧਰਮ ਤੋਂ ਮਨ ਉਚਾਟ ਹੋ ਜਾਂਦਾ ਹੈ। ਇਹਨਾਂ ਗੱਲਾਂ ਨੂੰ ਵੇਖ ਕੇ ਮਾਰਕਸ ਵਰਗੇ ਹੋਰ ਵਿਅਕਤੀ ਜਿਹੜੇ ਨੇ ਉਹ ਧਰਮ ਦੇ ਵਿਰੋਧੀ ਹੋਏ। ਅਸਲ ਵਿੱਚ ਉਹ ਧਰਮ ਵਿਰੋਧੀ ਨਹੀਂ ਸਨ, ਉਹ ਧਾਰਮਿਕ ਲੋਕਾਂ ਨੂੰ ਵੇਖ ਕੇ ਧਾਰਮਿਕ ਵਿਵਹਾਰ ਦੇ ਵਿਰੋਧੀ ਸਨ ਕਿ ਜੇ ਇਹ ਹੀ ਧਰਮ ਹੈ ਤੇ ਫਿਰ ਇਹਦੀ ਕੋਈ ਲੋੜ ਹੀ ਨਹੀਂ। ਇਸ ਨੇ ਮਨੁੱਖਤਾ ਦਾ ਸੰਵਾਰਿਆ ਤੇ ਘੱਟ ਹੈ, ਵਿਗਾੜਿਆ ਜ਼ਿਆਦਾ ਹੈ। ਫਾਇਦਾ ਘੱਟ ਹੋਇਆ, ਨੁਕਸਾਨ ਜ਼ਿਆਦਾ ਹੋ ਰਿਹਾ। ਸੋ ਇਹ ਬਹੁਤ ਜ਼ਰੂਰੀ ਹੈ ਕਿ ਧਰਮ ਨੂੰ ਠੀਕ ਸਮਝ ਲਿਆ ਜਾਵੇ ਕਿ ਧਰਮ ਹੈ ਕੀ। ਪਹਿਲੀ ਗੱਲ ਤਾਂ ਇਹ ਵੇਖ ਕੇ ਰਿਲੀਜਨ ਤੇ ਧਰਮ ਇੱਕੋ ਚੀਜ਼ ਨਹੀਂ ਹਨ। ਰਿਲੀਜਨ ਜਿਹੜਾ ਇੱਕ ਖਾਸ ਜਿਹੜਾ ਗਰੁੱਪ ਹੈ, ਕਿਸੇ ਇੱਕ ਤਰੀਕੇ ਦੀਆਂ ਜਿਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਹਨ, ਇਸ਼ਟ ਦਾ ਸਰੂਪ ਇੱਕ ਹੈ, ਪੈਗੰਬਰ ਇੱਕ ਹੈ, ਗ੍ਰੰਥ ਇੱਕ ਹੈ ਜਿਸ ਦੇ ਉਹ ਅਨੁਆਈ ਨੇ, ਉਹਨੂੰ ਅਸੀਂ ਰਿਲੀਜਨ ਕਹਿ ਲੈਂਦੇ ਹਾਂ। ਧਰਮ ਇਹ ਨਹੀਂ ਹੈ। ਧਰਮ ਹੈ ਜਿਸ ਨੂੰ ਧਾਰਨ ਕਰਨਾ ਚਾਹੀਦਾ ਹੈ ਅਤੇ ਜਿਸ ਨੇ ਧਾਰਨ ਕੀਤਾ ਹੋਇਆ ਹੈ। ਧਾਰਨ ਕਿਸ ਨੇ ਕੀਤਾ ਹੋਇਆ ਹੈ? ਸਾਰੀ ਕੁਦਰਤ ਨੇ ਧਰਮ ਧਾਰਨ ਕੀਤਾ ਹੋਇਆ ਹੈ। ਜਿਹੜਾ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸੰਦੇਸ਼ ਤੁਹਾਡੇ ਸਾਹਮਣੇ ਸਰਦਾਰ ਹਰਿੰਦਰਪਾਲ ਸਿੰਘ ਜੀ ਨੇ ਸੁਣਾਇਆ ਸੀ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਹਨੇ ਸੂਤ। ਧਰਮ ਉਹ ਹੈ
जिसने सब कुछ व्यवस्था विच रखिया होया है, हर चीज नूं आर्डर विच चला रहा जिहड़ा वो धर्म है। असीं जिस नूं धर्म कहंदे हां वो धर्म नहीं है। क्यों? क्योंकि जिसने संसार नूं धारण किया है वो अनेकां धर्म नहीं हैं, इक्को धर्म है। धौल धर्म दया का पूत, सिखां दे धर्म ने थोड़ा, सिखां दा धर्म ही थोड़ा धौल है। ये धर्म ना सिखां दा है, ना मुसलमानां दा है, ना हिंदुआं दा है, ना ईसाइयां दा, ना किसी होर दा। ये धर्म ते एक डिवाइन शक्ति है परमेश्वर दी, जिस तो कायनात बनी ही नहीं बल्कि सारी कायनात, सारी क्रिएशन, सारी रचना जिसने टिकाई हुई है। धरती टिकाना तो होर चीज है ना, धरती भी तां टिकी हुई है, सारा ब्रह्मंड टिकया हुआ है। ब्रह्मंड में छोटी जितनी हलचल भी जिहड़ी है वो धरती नूं नष्ट कर सकती है। जो धौल धर्म क्या है, तो इसनूं सिर्फ ये नहीं मान लेना चाहिए कि धर्म वो है जिसने साडी पृथ्वी या इस अर्थ नूं टिकाया हुआ है, बल्कि धर्म वो है जिसने सारे यूनीवर्स टिकाए हुए ने। इस करके धर्म डिवाइन है। मुख गुण की है धर्म का, सब कुछ इसने जोड़ के रखा है, संजो के रखा है, आर्डर विच रखा है, व्यवस्था च रखा है। तो रिलीजन तो ये अर्थ बहुत विशाल ने। दया ते संतोख ये धर्म दे वाहन किवें हन? क्योंकि ये परमेश्वर की दया है ना कि उन्हें सृष्टि बना के सृष्टि नूं टिकाया होया है, तां लाइफ का विकास होया। जे वो दया ना करदा ते इस तरह ये सृष्टि टिक नहीं सी सकती, ये रचना टिक नहीं सकती, तो रचना टिकेगी नहीं तो इत्थे लाइफ किवें प्रफुल्लित होएगी। साडी दया जिहड़ी है वो कित्थों आई है? वो डिविनिटी तो आई है। दया उहदे च है, तां सानूं चाहीदी है, उहदे वाले गुण चाहीदे ने। संतोख सीमावां च रहना, अपनी सीमा च रहना। सारा कुछ अपनी सीमा चल रहा, अपना रास्ता नहीं छड्डदा। रता को भी साडी पृथ्वी च संतोख ना होवे या होर किसी ग्रह विच संतोख ना होवे, वो दूजे रस्ते ते दूजे वाल चल पवे तां परलय आ जाएगी, सानूं पता है। संतोख अनुशासन पैदा करता है। ते जदों असी बेसंतोखे हो जाते हैं, अनुशासन भंग हो जाता है। जे मैं संतोख विच हाँ तो मैनू अपनी किरत कमाई जिहड़ी है वो ही पवित्र लगेगी। जदों संतोख विचों निकल जावांगा फिर दूजे का हक चंगा लगेगा। जदों दूजे का हक मारन का यतन करांगा तो फिर वो भी कुछ ना कुछ तो विरोध करेगा ही, फिर टकराव का वातावरण बन गया ना। जेकर समाज जिहड़ा है उसने विकास तो तां ही होवेगा जे अमन चैन शांति होवेगी। अमन चैन कदों होवेगा? जदों संतोखी लोग होणगे।
ਸੰਤੋਖ ਸਿਰਫ ਪੈਸੇ ਦਾ ਸੰਤੋਖ ਨਹੀਂ ਹੈ। ਕੋਈ ਦੂਜਾ ਵਿਅਕਤੀ ਜਿਹੜਾ ਹੈ ਉਹ ਅਗਰ ਨਮਾਜ਼ ਕਰ ਰਿਹਾ ਹੈ, ਮੈਨੂੰ ਉਹਦੀ ਨਮਾਜ਼ ਖਰਾਬ ਲੱਗਦੀ ਹੈ, ਤਾਂ ਇਹਦਾ ਮਤਲਬ ਮੈਂ ਸੰਤੋਖੀ ਨਹੀਂ ਹਾਂ, ਸੰਤੁਸ਼ਟ ਨਹੀਂ ਹਾਂ। ਮੈਂ ਉਹਦਾ ਹੱਕ ਖੋਣਾ ਚਾਹੁੰਦਾ। ਉਹਨੂੰ ਆਜ਼ਾਦੀ ਹੈ ਆਪਣੇ ਤਰੀਕੇ ਨਾਲ ਰੱਬ ਨੂੰ ਯਾਦ ਕਰੇ। ਮੈਨੂੰ ਜਦੋਂ ਉਹਦੀ ਆਜ਼ਾਦੀ ਅੱਛੀ ਨਹੀਂ ਲੱਗਦੀ ਤਾਂ ਮੈਂ ਸੰਤੋਖ ਵਿੱਚ ਨਹੀਂ ਹੋ ਸਕਦਾ, ਨਾ ਮੇਰੇ 'ਚ ਦਇਆ ਭਾਵ ਹੋ ਸਕਦਾ। ਸੰਤੋਖ ਨਹੀਂ ਤੇ ਕੁਦਇਆ ਆ ਹੀ ਜਾਏਗੀ। ਜੇ ਇੰਨੇ ਸਾਰੇ ਲੋਕਾਂ ਨੂੰ ਮੁਸਲਮਾਨ ਬਣੇ ਹੋਏ ਨੇ, ਜਿਹੜੇ ਅਸੀਂ IS ਸੁਣਦੇ ਹਾਂ, ਉਹਨਾਂ ਦੇ ਅੰਦਰ ਸੰਤੋਖ ਨਹੀਂ, ਇਸ ਕਰਕੇ ਕੁਦਇਆ ਆ ਗਈ ਵੀ ਬਥੇਰੇ ਮੁਸਲਮਾਨ ਨੇ, ਇਹਨਾਂ ਨੂੰ ਹੀ ਸਾਂਭ ਲਵੋ, ਇਹ ਚੰਗੇ ਇਨਸਾਨ ਬਣ ਜਾਣ। ਉਹਨਾਂ ਦੀ ਕਲਿਆਣ ਵਾਸਤੇ ਤੇ ਕੁਝ ਨਹੀਂ ਕੀਤਾ ਜਾ ਰਿਹਾ। ਇਤਨਾ ਸੰਸਾਰ ਦੇ ਵਿੱਚ ਗਰੀਬ ਮੁਸਲਮਾਨ ਹੈ, ਉਸ ਨੂੰ ਉੱਚਾ ਉਠਾਉਣ ਦਾ ਤੇ ਕੋਈ ਯਤਨ ਨਹੀਂ ਕਰ ਰਿਹਾ, ਤੇ ਹੋਰ ਲੋਕਾਂ ਨੂੰ, ਸਾਰੀ ਦੁਨੀਆ ਨੂੰ ਮੁਸਲਮਾਨ ਬਣਾਉਣਾ ਹੈ। ਇਸ ਪਾਸੇ ਅਸੀਂ ਲੱਗੇ ਹੋਏ ਹਾਂ। ਔਰ ਇਕੱਲੇ ਮੁਸਲਮਾਨ ਨਹੀਂ, ਹਰ ਧਾਰਮਿਕ ਸਮੁਦਾਇ ਇਸ ਪਾਸੇ ਲੱਗਿਆ ਹੋਇਆ ਹੈ, ਉਹਦੇ ਪੰਥ ਦਾ ਵਿਸਤਾਰ ਕਿਵੇਂ ਹੋਵੇ। ਇਸ ਗੱਲ ਵੱਲ ਰਤਾ ਵੀ ਧਿਆਨ ਨਹੀਂ ਦਿੰਦਾ ਕਿ ਜੋ ਲੋਕ ਪੰਥ ਵਿੱਚ ਪਹਿਲਾਂ ਹੀ ਨੇ, ਉਹਨਾਂ ਨੂੰ ਧਾਰਮਿਕ ਬਣਾ ਲਿਆ ਜਾਏ, ਉਹਨਾਂ ਨੂੰ ਚੰਗੇ ਇਨਸਾਨ ਬਣਾ ਲਿਆ ਜਾਏ। ਜੇ ਉਹ ਗਰੀਬ ਨੇ ਤੇ ਉਹਨਾਂ ਦੀ ਕਲਿਆਣ ਵਾਸਤੇ ਯਤਨ ਕੀਤੇ ਜਾਣ। ਇਹ ਯਤਨ ਕੋਈ ਨਹੀਂ ਹੋ ਰਿਹਾ, ਕੋਈ ਕਰਦਾ ਹੀ ਨਹੀਂ। ਧਾਰਮਿਕ ਲੋਕ ਜੇ ਸੇਵਾ ਵੀ ਕਰਦੇ ਨੇ ਤੇ ਐਡੇ ਵੱਡੇ ਸਵਾਰਥੀ ਹੋ ਕੇ ਕਿ ਕਿਤੇ ਇਹਨੂੰ ਕਰ ਕਰਾ ਕੇ ਤੇ ਆਪਣੇ ਪੰਥ ਵਿੱਚ ਲੈ ਆਈ। ਪ੍ਰਯੋਜਨ ਮਨੁੱਖਤਾ ਦੀ ਸੇਵਾ ਨਹੀਂ ਰਹਿ ਜਾਂਦਾ, ਬਲਕਿ ਇੱਕ ਸਵਾਰਥ ਰਹਿ ਜਾਂਦਾ ਹੈ। ਔਰ ਸਵਾਰਥ ਵੀ ਅਗਰ ਅੱਛਾ ਹੋਵੇ ਤੇ ਕੋਈ ਗੱਲ ਨਹੀਂ। ਜੇ ਕਿਸੇ ਬੰਦੇ ਨੂੰ ਸਿੱਖ ਬਣਾ ਕੇ ਸਾਨੂੰ ਲੱਗਦਾ ਹੋਵੇ ਕਿ ਇਹਦਾ ਭਲਾ ਹੋ ਜਾਏਗਾ ਸਿੱਖ ਬਣਨ ਨਾਲ, ਉਹ ਵੀ ਚੰਗਾ, ਪਰੰਤੂ ਇਹ ਉਹ ਸੋਚੇ ਨਾ ਜਿਹੜਾ ਪਹਿਲਾਂ ਆਪ ਚੰਗਾ ਬਣ ਗਿਆ ਹੋਵੇ। ਇਹ ਸਿੱਖ ਬਣ ਕੇ ਚੰਗਾ ਬਣ ਜਾਏਗਾ, ਪਹਿਲਾਂ ਤੇ ਇਹ ਦੱਸਣਾ ਪਏਗਾ ਕਿ ਮੈਂ ਚੰਗਾ ਬਣਿਆ ਕਿ ਨਹੀਂ। ਕਬੀਰ ਸਾਹਿਬ ਨੇ ਕਿਹਾ, ਆਪ ਨਾ ਦੇਹੇ ਚਰੂ ਪਰ ਪਾਣੀ, ਤੇ ਨਿੰਦਾ ਜੇ ਗੰਗਾ ਆਣੀ। ਆਪਣੇ ਕੋਲ ਕੁਛ ਨਹੀਂ, ਦੂਜੇ ਨੂੰ ਕਹਿਣਾ ਤੂੰ ਖਰਾਬ ਹੈ, ਤੇਰਾ ਤਰੀਕਾ ਠੀਕ ਨਹੀਂ ਹੈ। ਸੋ ਜਿਹੜਾ ਧਰਮ ਹੈ, ਪਹਿਲਾਂ ਮੰਨ ਕੇ ਚੱਲਣਾ ਪਵੇਗਾ ਕਿ ਧਰਮ ਉਹ ਹੀ ਹੈ ਜਿਹੜਾ ਸਾਰੀ ਮਨੁੱਖਤਾ ਨੂੰ, ਬਲਕਿ ਸਾਰੀ ਸ੍ਰਿਸ਼ਟੀ ਨੂੰ ਜੋੜਦਾ ਹੈ, ਇੱਕ ਕਰਦਾ ਹੈ, ਕਿਉਂਕਿ ਇੱਕ ਹੈ ਧਰਮ। ਬਾਣੀ ਵਿੱਚ ਜਦੋਂ ਅਸੀਂ ਧਰਮ ਦੀ ਗੱਲ ਪੜ੍ਹਾਂ ਸੁਣਾਂਗੇ, ਬਾਣੀ ਸਾਨੂੰ ਇਹੀ ਕਹੇਗੀ ਕਿ ਧਰਮ ਇੱਕ ਹੈ। ਧਰਮ ਉਹ ਹੈ ਜਿਹੜਾ ਚੰਗਿਆਈਆਂ ਦਾ ਮੂਲ ਹੈ। ਧਰਮ ਉਸਨੇ ਧਾਰਨ ਕੀਤਾ ਹੋਇਆ ਜਿਸ ਨੇ ਸਤ ਸੰਤੋਖ ਆਦਿ ਗੁਣ ਧਾਰਨ ਕੀਤੇ। ਇਹ ਸਤ ਸੰਤੋਖ ਬੰਦੇ ਦੇ ਕੋਲ ਨਹੀਂ ਹੈ ਤੇ ਉਹ ਐਵੇਂ ਸੋਚੀ ਜਾਵੇ ਕਿ ਮੈਂ ਧਾਰਮਿਕ ਹਾਂ, ਉਹ ਧਾਰਮਿਕ ਨਹੀਂ ਹੈ। ਔਰ ਹਿੰਦੁਸਤਾਨ ਦੀ ਇਹ ਵੱਡੀ ਪ੍ਰੋਬਲਮ ਹੈ। ਇੱਥੇ ਅਸੀਂ ਸੋਚਦੇ ਹਾਂ ਕਿ ਬੇਈਮਾਨੀ, ਰਿਸ਼ਵਤਖੋਰੀ, ਚੋਰੀ, ਇਹ ਕਰਕੇ ਵੀ ਅਸੀਂ ਧਾਰਮਿਕ ਹਾਂ। ਕਿਉਂ? ਕਿਉਂਕਿ ਅਸੀਂ ਗੁਰਦੁਆਰੇ ਤੇ ਮੰਦਿਰ ਵਿੱਚ ਜਾ ਕੇ ਬੜੀ ਸ਼ਰਧਾ ਨਾਲ ਮੱਥਾ ਟੇਕ ਦਿੰਦੇ ਹਾਂ। ਲੋਕਾਂ ਤੋਂ ਖੋਇਆ ਧਨ ਜਿਹੜਾ ਹੈ ਉਹਦੇ ਵਿੱਚੋਂ ਕੁਝ ਉੱਥੇ ਸੁੱਟ ਵੀ ਆਉਂਦੇ ਆ ਆਪਣੇ ਦੇਵਤੇ ਅੱਗੇ, ਇਹ ਬਖਸ਼ਿਸ਼ ਕਰੀ। ਇਸੇ ਤਰ੍ਹਾਂ ਹੀ ਲੋਕਾਂ ਨਾਲ ਲੁੱਟ ਖਸੁੱਟ ਚੱਲਦੀ ਰਹੇ ਸਾਡੀ। ਇਹ ਧਰਮ ਧੁਰਮ ਨਹੀਂ ਹੈ। ਧਰਮ ਤੇ ਉਦੋਂ ਹੈ ਜਦੋਂ ਕਿਸੇ ਕੋਲ ਜੀਵਨ ਦੀ ਪਵਿੱਤਰਤਾ ਹੈ। ਤੇ ਜੀਵਨ ਦੀ ਪਵਿੱਤਰਤਾ ਇਹ ਨਹੀਂ ਕਿ ਮੈਂ 4 ਵਜੇ ਉੱਠ ਕੇ ਇਸ਼ਨਾਨ ਕਰਕੇ ਗੁਟਕਾ ਫੜ ਕੇ ਪਾਠ ਕਰ ਲਿਆ।
उस तो बाद मत्था भी टेक आया गुरुद्वारे, घर आया तां भी टीवी ते शब्द ला रखे ने। ये पवित्रता तां उदों पता लगेगी जदों दुकान ते आए बंदे नूं रब दा रूप समझिया जाएगा कि परमेश्वर इहदे नाल ठगी नहीं करनी। जदों ये वेख्या जाएगा कि मैं इस दफ्तर च बैठा, इस बंदे का काम है, ये ठीक है, मैं कर देवां। ते जे मैं ये सोचा भी पूजा पाठ बहुत किया तो हुण इहदी खल ला लईए थोड़े जिहे, जिन्ने को इहदे को लै सकते हैं, भाई अगे फाइल हो जाएगी तेरी, थोड़ा करनी पवेगी। वो धार्मिक नहीं है। प्रॉब्लम धर्म ने नहीं क्रिएट की, धार्मिक लो लिबास वाले अधार्मिक लोगों ने प्रॉब्लम क्रिएट कर रखी है। जिहड़ा बाणी चिट्टे जिनके कपड़े मैले चित कठोर, वस्त्र तो बड़े सुंदर पाए ने, मन विच कालख है, मैल है। जिहड़ा गुरु जी ने कहा दया कपा संतोख सूत चतगंडी सतवट, ये जनेऊ जी का है त पांडे कत। ये इकल्ले ब्राह्मण दे जनेऊ ते थोड़ा कटाक्ष है, ये तो समुचे धार्मिक लिबास उत्ते कटाक्ष है, जिहदे विच पंज ककार भी आ जाएंगे। ये ना समझना कि इस श्लोक की मार विच ब्राह्मण का जनेऊ ही आउंदा है। इनू पढ़न लग्या ये सोचना कि सिख दे पंज ककार भी इहदा टारगेट ने। ये तो साडी वड्डी प्रॉब्लम है ना भी असी ब्राह्मण नूं चिड़ाउण वास्ते सोचने भी जिवें गुरु साहब ने ब्राह्मण नूं चिड़ाउणा सी ते उचार दिता है। नहीं, उन्होंने ते हर व्यक्ति नूं ये कहा कि तेरा धार्मिक लिबास चंगे गुणा बिना फजूल है। इस लिबास से कोई मायने नहीं जे तेरे में चंगे गुण नहीं हैं। धर्म लिबास नहीं है। धर्म ते किसी पंथ का एक डिसिप्लिन है। पंथ किस वास्ते है? पंथ इस वास्ते नहीं है कि इकट्ठे होकर दूजे नूं मारांगे, राज खोल लवांगे। इस वास्ते थोड़ा पंथ है। पंथ तो इस वास्ते है कि आप धार्मिक हो के लोगों को सत का संदेश देना है। धर्म के नाम से जिहड़े लोग गुमराह हो जाते हैं उन्होंने दसना कि धर्म का मार्ग आ है। अच्छा, वो मार्ग भी डंडा चुक के नहीं दसना। श्री गुरु नानक देव साहब को कोई सोटा थोड़ा सी। हरिद्वार उत्ते उन्होंने अपने हमायतियों को लैके हमला थोड़ा किया सी। ये तुहाडियां मूर्तियां मूर्तियां तोड़ के इत्थे गंगा इशनान आए मार कुट के भजा देंगे तुहानूं। उन्होंने बड़ी सीधी जी गल की। पहली गल तो यह वे कि कोई बेगाने पंथ का ना उन्होंने जाने, उन्होंने अपना जाने। इस करके लिबास उन्होंने हिंदू साधुओं वाला धारण किया। ये मक्के गए, कोई ये ना कहे कि ये तो कोई गैर मुसलमान है। उथे मुसलमानों वाला हाजियां वाला लिबास पहन लिया, पूरा इहराम बन के एक श्रद्धावान मुसलमान वांग गए। और वो कोई श्रद्धा पेख नहीं सी। श्रद्धा उन्होंने अकाल पुरख दे उत्ते अटुट श्रद्धा सी। उन्होंने कुरान दे वचन कोई गैर नहीं सन लगते, ना पैगंबर गैर लगता सी। जो संदेश पैगंबर ने दिता सी वो दोबारा देना चाहते सन कि उस तो टुट गया तुसीं।
तो गुरु नानक साहब सच्चे पातशाह महाराज जी ने कहा कि पंथ इंसानियत दी कल्याण वास्ते है, मनुखता दी कल्याण लई है। पंथ एक लुटेरियां ते कातलां दा गिरोह थोड़ा है। पंथ परम पवित्र इंसानां दा एक समूह है जिसने दुनिया दे हर मनुख तक पवित्रता दा संदेश पहुंचाना है। पंथ इस वास्ते नहीं कि गुरु ग्रंथ साहब नूं कैद करके अपने बंधन विच पा लवे, ऐ साडा ग्रंथ है। पंथ इस वास्ते है कि दुनिया नूं दसे कि ये सारी मनुखता लई आई रब्बी बाणी है। ਇਹਦੇ ਵਿੱਚ ਸਾਡੇ ਪੰਥ ਦੀ ਕੋਈ ਮਰਿਆਦਾ ਨਹੀਂ ਹੈ। ਇਹ ਨਾ ਸਮਝੋ ਇਹ ਸਾਡਾ ਗ੍ਰੰਥ ਹੈ। ਇਹ ਤੇ ਕਬੀਰ ਦਾ ਹੈ, ਤਰਲੋਚਨ ਦਾ ਹੈ, ਰਵਿਦਾਸ ਹੈ, ਨਾਮਦੇਵ ਦਾ ਹੈ। ਇਹਦੇ 'ਚ ਤੇ ਸਾਰੇ ਹੀ ਬੈਠੇ ਨੇ। ਇਹ 'ਚ ਬਾਬਾ ਫਰੀਦ ਸਾਹਿਬ ਬੈਠੇ ਨੇ। ਇਹ ਸਾਰੀ ਦੁਨੀਆ ਦੀ ਕਲਿਆਣ ਵਾਸਤੇ ਹੈ। ਤੇ ਇਹ ਵੀ ਝਗੜਾ ਕਰਨਾ ਕਿ ਸਿਰਫ ਇਹ ਹੀ ਕਲਿਆਣ ਵਾਸਤੇ ਆਏ, ਫਿਰ ਗਲਤ ਹੈ। ਜੇ ਕੋਈ ਕਹੇ ਗੱਲਾਂ ਵੇਦ ਵਿੱਚ ਲਿਖੀਆਂ ਨੇ, ਉਹਨੂੰ ਕਹਿਣਾ ਫਿਰ ਮੰਨ ਨਾ ਵੇਦਾਂ ਦੀਆਂ ਇਹ ਗੱਲਾਂ। ਜੇ ਕੋਈ ਕਹੇ ਇਹ ਹੀ ਗੱਲਾਂ ਕੁਰਾਨ 'ਚ ਲਿਖੀਆਂ ਨੇ, ਉਹਨੂੰ ਕਹਿਣਾ ਕਿ ਬੜੀ ਚੰਗੀ ਗੱਲ ਹੈ ਨਾ, ਕੁਰਾਨ ਪੜ੍ਹ ਕੇ ਇਸ ਨੂੰ ਅਮਲ 'ਚ ਲਿਆਓ। ਗੁਰੂ ਜੀ ਨੇ ਇਹ ਥੋੜਾ ਕਿਹਾ ਸੀ ਤੂੰ ਕੁਰਾਨ ਨਾ ਪੜ੍ਹ, ਤੂੰ ਨਮਾਜ਼ ਨਾ ਕਰਿਆ ਕਰ। ਉਹਨਾਂ ਤੇ 5 ਨਮਾਜ਼ਾਂ ਦਾ ਸੰਦੇਸ਼ ਦੇ ਕੇ ਉਹਨਾਂ ਨੂੰ ਪਰਿਭਾਸ਼ਿਤ ਕਰ ਦਿੱਤਾ। ਤੇਰਾ ਕਲਮਾ ਕੀ ਹੋਣਾ ਚਾਹੀਦਾ, ਤੇਰੀ ਨਮਾਜ਼ ਕੀ ਹੋਣੀ ਚਾਹੀਦੀ ਹੈ, ਤੇਰਾ ਕਾਬਾ ਕੀ ਹੋਣਾ ਚਾਹੀਦਾ, ਤੇਰੀ ਮਸੀਤ ਕੀ ਹੋਣੀ ਚਾਹੀਦੀ ਹੈ। ਇੱਕ ਇੱਕ ਨਮਾਜ਼ ਦੇ ਅਰਥ ਕਰ ਦਿੱਤੇ। ਆਹ ਗੁਣ ਧਾਰਨ ਕਰ ਲੈ, ਇਹ ਗੁਣ ਧਾਰਨ ਕਰ ਲਏਗਾ ਨਮਾਜ਼ ਹੋ ਜਾਏਗੀ। ਤੇ ਜੇ ਨਾਪਾਕ ਹੀ ਰਿਹਾ ਤੇ ਸਾਰੀ ਜ਼ਿੰਦਗੀ ਨਮਾਜ਼ਾਂ ਚਾਹੇ ਕਿਤਨੀਆਂ ਕਰ ਲੈ, ਉਹਦਾ ਕੋਈ ਲਾਭ ਨਹੀਂ, ਉਹਦਾ ਕੀ ਫਾਇਦਾ ਹੈ। ਤੋ ਗੁਰੂ ਸਾਹਿਬ ਦਾ ਦ੍ਰਿਸ਼ਟੀਕੋਣ ਧਰਮ ਪ੍ਰਤੀ ਇਸ ਤਰ੍ਹਾਂ ਦਾ ਹੈ। ਸਾਡੀ ਇੱਕ ਵੱਡੀ ਸਮੱਸਿਆ ਹੈ ਕਿ ਅਸੀਂ ਧਰਮ ਨੂੰ ਵੰਡਿਆ ਹੈ। ਸਾਡੇ ਬੋਲ ਚਾਲ ਵਿੱਚ ਹੀ ਸਿੱਖ ਧਰਮ, ਇਸਲਾਮ ਧਰਮ, ਯਹੂਦੀ ਧਰਮ। ਜੇ ਕੋਈ ਹੋਰ ਕਿਸੇ ਪੰਥ ਦਾ ਕਹਿੰਦਾ ਹੈ ਤੇ ਉਹਦੀ ਮਾਨਤਾ ਇਸ ਤਰ੍ਹਾਂ ਦੀ ਹੋ ਸਕਦੀ ਹੈ। ਸਿੱਖ ਦੀ ਇਹ ਮਾਨਤਾ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਕਿ ਧਰਮ ਇੱਕ ਹੈ, ਉਸ ਤੱਕ ਧਰਮ ਤੱਕ ਪੁੱਜਣ ਦੇ ਰਸਤੇ ਅਲੱਗ-ਅਲੱਗ ਨੇ। ਜਿਹੜਾ ਰਸਤਾ ਹੈ ਉਸ ਨੂੰ ਕਿਹਾ ਪੰਥ। अंग्रेजी का शब्द भी पैथ, संस्कृत पथ, पथ तो बिगड़ के पंथ हो गया। प्राकृतां पंथ एक मार्ग है। साढ़े पुराने ग्रंथों में सिख धर्म शब्द नहीं आता, सिख पंथ आता है, खालसा पंथ आता है। क्योंकि ये साड़ी तो समस्या ये भी ना कि असी कहने ये सिख धर्म है, ये मुसलमान धर्म है और यही धर्म ठीक है। गुरु जी ने कहा कि नहीं, जदों असी ये कहांगे ना कि ये धर्म है, पंथ नूं धर्म कहते हैं, प्रॉब्लम उत्थे धार्मिकता उत्थे आ जाती है। क्योंकि धर्म नहीं सी वो रस्ता सी, एक मार्ग सी। असी मार्ग नूं मंजिल कह दिता। इस करके मेरे 5 ककार उत्तम हो गए, सब तो कीमती हो गए, ते मुसलमान दे अपने उहदा अपना लिबास जिहड़ा है वही धर्म बन गया। जिहड़ा पंथ है वो ऑर्गेनाइजेशन दे जिहड़े उहदे सिंबल्स ने वो धर्म थोड़ा ने। प्रॉब्लम इत्थे है। असी की समझ लिया, असी ये समझ लिया 5 ककार धारण करने धार्मिकता है।
ਜਦੋਂ ਕਿ ਧਾਰਮਿਕਤਾ ਨਹੀਂ ਸੀ। ਇਹ ਤਾਂ ਧਰਮ ਤੱਕ ਪਹੁੰਚਣ ਵਾਸਤੇ ਔਰ ਧਰਮ ਦਾ ਸੰਦੇਸ਼ ਲੋਕਾਂ ਨੂੰ ਦੇਣ ਵਾਸਤੇ ਸੰਗਠਿਤ ਹੋਣ ਦਾ ਯਤਨ ਸੀ, ਜੁੜਨ ਦਾ ਯਤਨ ਸੀ। ਇਹ ਜੁੜਨ ਵਾਸਤੇ ਸੀ। ਇਹ ਵੀ ਧਿਆਨ ਰੱਖਣਾ। ਇਹ ਹੀ ਟੁੱਟਣ ਦਾ ਕਾਰਨ ਬਣ ਜਾਂਦੇ ਨੇ। ਤੂੰ ਨਹੀਂ ਪਹਿਨੀ, ਇਸ ਕਰਕੇ ਤੇਰੇ ਨਾਲ ਮੇਰਾ ਕੋਈ ਵਾਸਤਾ ਨਹੀਂ। ਇਹ ਕਕਾਰ ਜਿਹੜੇ ਸਨ ਜੋੜਨ ਵਾਸਤੇ ਸਨ ਬੰਦਿਆਂ ਨੂੰ। ਇਹ ਜਿਹੜੇ ਧਰਮਾਂ ਦਾ ਭੇਖ ਹੈ ਤੇ ਲੋਕਾਂ ਨੂੰ ਜੋੜਨ ਵਾਸਤੇ ਸੀ। ਇਹ ਟੁੱਟਣ ਦਾ ਕਾਰਨ ਬਣ ਗਿਆ ਕਿਉਂਕਿ ਇਹ ਧਰਮ ਬਣ ਗਿਆ। ਧਰਮ ਤੇ ਇੱਥੇ ਹੀ ਪਲੀਦ ਹੋ ਗਿਆ, ਧਰਮ ਇੱਥੇ ਹੀ ਭ੍ਰਿਸ਼ਟ ਹੋ ਗਿਆ। ਜਦੋਂ ਧਾਰਮਿਕ ਲਿਬਾਸ ਨੂੰ, ਸਮੁਦਾਇ ਦੀ ਮਰਿਆਦਾ ਨੂੰ, ਇੱਕ ਪੰਥ ਦੀ ਮਰਿਆਦਾ ਨੂੰ ਧਰਮ ਕਹਿ ਦਿੱਤਾ ਗਿਆ, ਧਰਮ ਇੱਥੇ ਹੀ ਭ੍ਰਿਸ਼ਟ ਹੋ ਗਿਆ। ਮਰਿਆਦਾ ਧਰਮ ਨਹੀਂ ਸੀ। ਮਰਿਆਦਾ ਤਾਂ ਇੱਕ ਸਮੁਦਾਇ ਦਾ ਅਨੁਸ਼ਾਸਨ ਸੀ। ਸਿਰਫ ਇਕੱਠੇ ਹੋ ਕੇ ਚੱਲਣਾ, ਇੱਕ ਜੈਸਾ ਵਿਵਹਾਰ ਕਰਾਂਗੇ ਤੇ ਆਪਸ ਵਿੱਚ ਕਨਫਲਿਕਟ ਨਹੀਂ ਹੋਏਗਾ। ਪਹਿਲਾਂ ਆਪਸੀ ਮਤਭੇਦ ਦੂਰ ਕਰਾਂਗੇ ਤਾਂ ਤੇ ਦੂਜੇ ਨੂੰ ਜਾ ਕੇ ਕਵਾਂਗੇ ਨਾ ਕਿ ਭਾਈ ਤੂੰ ਵੀ ਧਰਮ ਨਾਲ ਜੁੜ ਜਾ। ਆਪਸ ਵਿੱਚ ਝਗੜਾ ਕਰਦੇ ਹਾਂ ਤੇ ਦੂਜੇ ਨੂੰ ਕਹੀਏ ਤੂੰ ਜੁੜ ਜਾ, ਉਹ ਕਿਵੇਂ ਜੁੜ ਜਾਏਗਾ? ਪਹਿਲਾਂ ਆਪ ਜੁੜ ਕੇ ਦੱਸਣਾ ਪਏਗਾ, ਫਿਰ ਦੂਜਾ ਜੁੜੇਗਾ। ਤੇ ਅਸੀਂ ਆਪ ਤਾਂ ਜੁੜਦੇ ਨਹੀਂ, ਹੋਰ ਕਿੱਥੋਂ ਕੋਈ ਜੁੜੇਗਾ? ਅਸੀਂ ਆਪਸ ਵਿੱਚ ਮਰਿਆਦਾ ਦੇ ਨਾਂ ਤੇ ਝਗੜਾ ਕਰਾਂਗੇ ਤੇ ਦੂਜੇ ਦੁਨੀਆ ਦੀ ਕਲਿਆਣ ਵਾਸਤੇ ਹੈ ਸਿੱਖ ਧਰਮ। ਵੀ ਪਹਿਲਾਂ ਆਪਣੀ ਕਲਿਆਣ ਤਾਂ ਦੇਖੀਏ। ਕਿਤੇ ਕੋਈ ਅਖੰਡ ਕੀਰਤਨੀ ਹੈ, ਉਹ ਆਪਣੀ ਮਰਿਆਦਾ ਔਰ ਕਹਿੰਦਾ ਕਿ ਇਹ ਹੀ ਚੱਲੇਗੀ। ਟਕਸਾਲੀ ਆ ਗਿਆ, ਇਹ ਹੀ ਮਰਿਆਦਾ ਚੱਲੇਗੀ। ਨਾਨਕਸਰੀ ਆ ਗਿਆ, ਇਹ ਹੀ ਮਰਿਆਦਾ ਚੱਲੇਗੀ। ਨਾਮਧਾਰੀ ਆ ਗਿਆ, ਇਹ ਹੀ ਮਰਿਆਦਾ ਚੱਲੇਗੀ। ਉਹ ਦੂਜਾ ਕਹਿੰਦਾ ਤੇਰੀ ਕਿਉਂ ਚੱਲੇਗੀ, ਮੇਰੀ ਚੱਲੇਗੀ ਨਾ। ਉਹ ਫਿਰ ਗੁਰਦੁਆਰੇ ਵਿੱਚ ਹੀ ਡਾਂਗ ਸੋਟਾ ਖੜਕ ਜਾਂਦਾ ਹੈ। ਇਹ ਕਿਹੜੀ ਧਾਰਮਿਕਤਾ ਹੈ? ਇਹ ਤੇ ਧਾਰਮਿਕਤਾ ਨਹੀਂ, ਇਹ ਤੇ ਅਧਾਰਮਿਕਤਾ ਹੈ। ਇਹ ਉਹ ਵਿਵਹਾਰ ਥੋੜਾ ਜਿਹੜਾ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ, ਜਿਹੜਾ ਕਿਹਾ ਸੀ। ਇਹ ਤਾਂ ਪਸ਼ੂ ਬਣ ਗਿਆ ਬੰਦਾ। ਬਣਨਾ ਦੇਵਤਾ ਸੀ, ਬਣ ਗਿਆ ਪਸ਼ੂ। ਔਰ ਬਣਿਆ ਕਿਹਦੇ? ਧਰਮ ਦੇ ਨਾਂ ਤੇ। ਕਿਉਂਕਿ ਉਸਨੇ ਧਰਮ ਨੂੰ ਅੰਡਰਸਟੈਂਡ ਨਹੀਂ ਕੀਤਾ। ਜੇ ਇਹ ਅਹਿਸਾਸ ਹੋ ਜਾਵੇ ਕਿ ਧਰਮ ਇੱਕ ਹੈ ਤਾਂ ਸਾਡੇ ਝਗੜੇ ਪਹਿਲਾਂ ਹੀ ਖਤਮ ਹੋ ਜਾਣ। ਹਿੰਦੂ ਨਾਲ ਵਿਵਾਦ ਹੀ ਨਹੀਂ ਹੋ ਸਕਦਾ। ਸਾਨੂੰ ਸਮਝ ਆ ਗਈ ਕਿ ਧਰਮ ਇੱਕੋ ਹੈ। ਇਹ ਆਪਣੇ ਤਰੀਕੇ ਨਾਲ ਮੰਨ ਰਿਹਾ, ਮੈਂ ਆਪਣੇ ਨਾਲ ਮੰਨ ਰਿਹਾ। ਮਨ ਉਸੇ ਨੂੰ ਰਿਹਾ ਤੇ ਝਗੜਾ ਖਤਮ ਹੋ ਗਿਆ। ਜੇ ਮੇਰੇ ਰਸਤੇ ਦੀਆਂ ਕੁਝ ਚੰਗਿਆਈਆਂ ਨੇ, ਮੈਂ ਉਹਦੇ ਨਾਲ ਸ਼ੇਅਰ ਕਰ ਸਕਦਾ ਹਾਂ ਕਿ ਮੈਨੂੰ ਥੋੜਾ ਜਿਹਾ ਆਪਾਂ ਨਾ ਜਦੋਂ ਕਿਸੇ ਨੂੰ ਰਾਹ ਪੁੱਛਦੇ ਹਾਂ ਤੇ 2-3 ਰਸਤੇ ਜਾਂਦੇ ਹੋਣ ਤੇ ਫਿਰ ਅਗਲਾ ਕਹਿੰਦਾ ਆਹ ਸੜਕ ਚੰਗੀ ਹੈ ਜਾਂ ਇਹ ਸ਼ਾਰਟਕਟ ਹੀ ਇੱਧਰ ਦੀ ਨਿਕਲ ਜਾ। ਕੋਈ ਬੁਰਾ ਤਾਂ ਨਹੀਂ ਮੰਨਦਾ ਨਾ, ਕਹਿੰਦੇ ਬੜਾ ਚੰਗਾ ਕੀਤਾ ਇਸਨੇ ਤੇ ਸਿੱਧਾ ਰਸਤਾ ਦੱਸਦਾ ਆਪਾਂ ਨੂੰ, ਇਹ ਵਧੀਆ ਰਸਤਾ ਦੱਸ ਦਿੱਤਾ। ਜਦੋਂ ਅਸੀਂ ਕਿਸੇ ਵਿਅਕਤੀ ਨੂੰ ਪਿਆਰ ਸਹਿਤ ਦੱਸਾਂਗੇ ਕਿ ਦੇਖ ਇਹ ਧਰਮ ਦੀਆਂ ਰੁਕਾਵਟਾਂ ਨੇ ਜਿਨ੍ਹਾਂ 'ਚ ਤੂੰ ਫਸ ਗਿਆ, ਇਹਨਾਂ ਨੂੰ ਛੱਡ ਕੇ ਸ਼ਾਰਟਕਟ ਆਏ, ਤੇ ਉਹ ਬੁਰਾ ਥੋੜਾ ਮੰਨੇਗਾ। ਜੇ ਮੈਂ ਇਹ ਕਹਾਂ ਕਿ ਚੱਲ ਤੂੰ ਇਸ ਰਾਹ ਤੇ ਮੈਂ ਤੈਨੂੰ ਸੋਟੇ ਨਾਲ ਸਿੱਧਾ ਕਰਦਾ, ਫਿਰ ਨਾ ਉਹ ਮੇਰੀ ਗੱਲ ਮੰਨੇ, ਜਾਂ ਉਹ ਮੇਰਾ ਸਿਰ ਪਾੜੇਗਾ ਜਾਂ ਮੈਂ ਉਹਦਾ ਪਾੜਾਂਗਾ। ਇਹ ਧਰਮ ਤਾਂ ਇਹ ਡਾਂਗ ਸੋਟਾ ਖੜਕਾਣਾ ਇੱਕ ਦੂਜੇ ਦੇ ਨਾਲ, ਇਹ ਹੀ ਧਰਮ ਰਹਿ ਗਿਆ, ਜਿਸ ਕਰਕੇ ਧਰਮ ਸ਼ਬਦ ਹੀ ਬਦਨਾਮ ਹੋਇਆ ਹੈ। ਧਰਮ ਇਸ ਨੂੰ ਨਹੀਂ ਸਮਝਣਾ। ਇਹ ਜਿਹੜੇ ਸਮੁਦਾਇ ਨੇ ਅਲੱਗ-ਅਲੱਗ, ਇਹ ਧਰਮ ਦੀ ਪ੍ਰਾਪਤੀ ਵਾਸਤੇ ਅਲੱਗ-ਅਲੱਗ ਮਾਰਗ ਨੇ। ਕਿਸੇ ਮਾਰਗ ਨੂੰ ਖਰਾਬ ਨਹੀਂ ਕਹਿਣਾ, ਉਹਦੀ ਆਪਣੀ ਮਰਜ਼ੀ ਹੈ ਨਾ। ਜੇ ਟੇਢੇ ਰਸਤੇ ਤੋਂ ਚਲਾ ਜਾਏ ਤੇ ਮੈਨੂੰ ਕੀ ਤਕਲੀਫ ਹੈ। ਸਰਦਾਰ ਹਰਿੰਦਰਪਾਲ ਸਿੰਘ ਮੈਨੂੰ ਇਹ ਸਮਝਾ ਰਹੇ ਸਨ ਕਿ ਜੇ ਤੁਸੀਂ ਹੁਣ ਦੇਹਰਾਦੂਨ ਜਾਣਾ ਨਾ ਤੇ ਤੁਸੀਂ ਆ ਮੇਰਠ ਵਾਲੇ ਰਸਤੇ ਤੋਂ ਨਾ ਜਾਇਓ, ਜੇ ਰਾਹ ਬੜਾ ਖਰਾਬ ਹੈ, ਤੇ ਆ ਇਧਰੋਂ ਕਰਨਾਲ, ਇੰਦਰੀ, ਯਮੁਨਾ ਨਗਰ ਤੇ ਇਧਰੋਂ ਚਲੇ ਜਾਓ।
ਇਹਨਾਂ ਨੂੰ ਇਹ ਰਸਤਾ ਚੰਗਾ ਲੱਗਦਾ ਹੈ, ਕਹਿੰਦੇ ਸੜਕ ਬਹੁਤ ਵਧੀਆ, ਦੂਜਾ ਕਹੇਗਾ ਇਧਰੋਂ 50-60 ਕਿਲੋਮੀਟਰ ਡਿਸਟੈਂਸ ਘੱਟ ਹੈ। ਕੋਈ ਝਗੜੇ ਵਾਲੀ ਤੇ ਕੋਈ ਗੱਲ ਹੀ ਕੋਈ ਨਹੀਂ। ਧਰਮ ਦੇ ਨਾਂ ਤੇ ਹੋ ਰਹੇ ਸਾਰੇ ਦੇ ਸਾਰੇ ਝਗੜੇ ਧਾਰਮਿਕ ਕਾਰਨਾਂ ਕਰਕੇ ਨੇ, ਧਾਰਮਿਕ ਕਾਰਨਾਂ ਕਰਕੇ ਨਹੀਂ ਹਨ। ਧਰਮ ਕਰਕੇ ਕਦੇ ਨਹੀਂ ਕੋਈ ਲੜਿਆ। ਧਰਮ ਦੇ ਕਾਰਨ ਪੀਰ ਬੁੱਧੂ ਸ਼ਾਹ ਵੱਖਰਾ ਰਸਤਾ ਹੁੰਦਿਆਂ ਗੁਰੂ ਸਾਹਿਬ ਦਾ ਹਮਾਇਤੀ ਹੈ। ਗਨੀ ਖਾਂ ਤੇ ਨਬੀ ਖਾਂ ਗੁਰੂ ਦੀ ਉਹਨਾਂ ਲੋਕਾਂ ਤੋਂ ਰੱਖਿਆ ਕਰਨਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਆਪਣੇ ਸਮੁਦਾਇ ਦੇ ਲੋਕ ਨੇ, ਜਿਨ੍ਹਾਂ ਨੂੰ ਜਾ ਕੇ ਉਹਨਾਂ ਨੂੰ ਦੌੜ ਕੇ ਦੱਸਣਾ ਚਾਹੀਦਾ ਸੀ ਵੀ ਇੱਥੇ ਗੁਰੂ ਦੇਖਿਆ, ਪਕੜ ਲਓ ਇਹਨੂੰ। ਪਰ ਉਹਨਾਂ ਨੂੰ ਮੁਸਲਮਾਨ ਹੁੰਦਿਆਂ ਹੋਇਆਂ ਵੀ ਇਹ ਅਹਿਸਾਸ ਸੀ ਕਿ ਇਹ ਧਾਰਮਿਕ ਹੈ ਤੇ ਮੇਰੇ ਬੰਦੇ ਜਿਹੜੇ ਨੇ ਇਹ ਅਧਾਰਮਿਕ ਹੋ ਗਏ ਨੇ। ਜਦੋਂ ਤੱਕ ਧਰਮ ਨੂੰ ਡਿਵਾਈਨ ਨਹੀਂ ਸਮਝਿਆ ਜਾਂਦਾ, ਉਹਦੀ ਡਿਵਿਨਿਟੀ ਨਾਲ ਜੁੜਿਆ ਨਹੀਂ ਜਾਂਦਾ, ਉਸ ਨੂੰ ਇੱਕ ਅਨਾਦੀ ਚੀਜ਼ ਨਹੀਂ ਸਮਝਿਆ ਜਾਂਦਾ, ਤਦੋਂ ਤੱਕ ਸਾਡੇ ਆਪਸੀ ਜਿਹੜੇ ਵਿਵਾਦ ਨੇ ਇਹ ਖਤਮ ਨਹੀਂ ਹੁੰਦੇ। ਧਰਮ ਵਿਵਾਦ ਖਤਮ ਕਰਨ ਵਾਸਤੇ ਹੈ। ਧਰਮ ਨੇ ਸੰਦੇਸ਼ ਦੇਣਾ ਸੀ, ਏਕ ਪਿਤਾ ਏਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਕਈ ਤੇ ਐਸੇ ਵੀ ਮਹਾਂਪੁਰਖ ਦੇਖੇ ਨੇ, ਉਹ ਇਹ ਕਹਿੰਦੇ ਜੀ ਇਹ ਕੋਈ ਸਾਰੇ ਲੋਕਾਂ ਵਾਸਤੇ ਨਹੀਂ ਜੇ, ਇਹ ਤੇ ਗੁਰ ਭਾਈ ਜਿਹੜੇ ਸਿੱਖ ਭਰਾ ਨੇ ਸਿਰਫ ਉਹਨਾਂ ਵਾਸਤੇ ਹੈ ਵੀ ਅਸੀਂ ਇੱਕੋ ਗੁਰੂ ਸਾਹਿਬ ਦੇ ਪੁੱਤਰ ਹਾਂ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਵਿਸ਼ਵ ਦੇ ਸਾਰੇ ਮਨੁੱਖ ਜਿਹੜੇ ਨੇ ਇੱਕ ਪਿਤਾ ਦੀ ਸੰਤਾਨ ਹਨ। ਇੱਕ ਪਿਤਾ ਦੀ ਸੰਤਾਨ ਹੋਣ ਕਰਕੇ ਜੇ ਉਹਨਾਂ ਦਾ ਵਿਵਹਾਰ, ਰਹਿਣ ਸਹਿਣ ਦਾ ਢੰਗ, ਖਾਣ ਪੀਣ ਦਾ ਢੰਗ ਕੁਝ ਵੱਖਰਾ ਹੈ ਤੇ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਮੈਨੂੰ ਕੀ ਪਰੇਸ਼ਾਨੀ ਹੈ ਜੇ ਮੈਂ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਲਵਾਂ ਤੇ ਦੂਜਾ 5-6 ਵਜੇ ਉੱਠੇ ਕਰ ਲਵੇ, ਉਹਦੀ ਮਰਜ਼ੀ ਹੈ। ਜੇ ਮੈਂ ਜ਼ਿਆਦਾ ਧਰਮ ਵਿੱਚ ਪਰਿਪੱਕ ਹਾਂ ਤੇ ਇਹਦਾ ਮੈਨੂੰ ਲਾਭ ਹੈ, ਜੇ ਦੂਜਾ ਨਹੀਂ ਹੈ ਤੇ ਉਹਨੂੰ ਨੁਕਸਾਨ ਹੈ। ਪਰੰਤੂ ਸਮੱਸਿਆ ਕੀ ਹੈ ਕਿ ਮੈਨੂੰ ਦੂਜੇ ਦੇ ਧਰਮ ਨਾਲ ਪ੍ਰੋਬਲਮ ਹੈ ਕਿ ਤੂੰ ਰੱਬ ਤੱਕ ਨਹੀਂ ਪਹੁੰਚ ਸਕੇਗਾ। ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਮੈਂ ਰੱਬ ਵਾਲੇ ਪਾਸੇ ਤੁਰਿਆ ਹੀ ਨਹੀਂ, ਉਹਨੂੰ ਪਹੁੰਚਾਉਣਾ ਚਾਹੁੰਦੇ ਆ, ਆਪ ਤੁਰੇ ਹੀ ਨਹੀਂ, ਆਪ ਪੈਰ ਰੱਖੇ ਹੀ ਨਹੀਂ, ਇੱਕ ਕਦਮ ਅੱਗੇ ਨਹੀਂ ਜਾ ਰਿਹਾ। ਬਲਕਿ ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਇਹ ਬੰਦਾ ਧਰਮ ਦੇ ਰਸਤੇ ਤੇ ਕਿਉਂ ਨਹੀਂ ਚੱਲਦਾ, ਮੈਨੂੰ ਤੋਰਨਾ ਹੈ, ਉਹ ਧਰਮ ਵਾਲੇ ਪਾਸੇ ਅੱਗੇ ਕੀ ਵਧਣਾ, ਉਹ ਤੇ ਪਿੱਛੇ ਜਾ ਰਿਹਾ ਹੈ, ਹੋਰ ਅਧੋਗਤੀ ਹੋ ਰਹੀ ਹੈ। ਤੇ ਇਸ ਗੱਲ ਨੂੰ ਹਰ ਵਿਅਕਤੀ ਪੱਲੇ ਬੰਨ ਲਵੇ, ਜਿਤ ਦੁਆਰਾ ਉਭਰੈ ਤਿੱਤੈ ਲਿਹੇ, ਜਿੱਥੋਂ ਵੀ ਕਿਸੇ ਦੀ ਕਲਿਆਣ ਹੋਵੇ, ਇਸ ਰਸਤੇ ਤੋਂ ਹੁੰਦੀ, ਉਸ ਰਸਤੇ ਤੋਂ ਹੁੰਦੀ ਹੈ, ਤੇ ਪਰੇਸ਼ਾਨੀ ਤੇ ਕੋਈ ਹੈ ਹੀ ਨਹੀਂ। ਇੱਕ ਜਗ੍ਹਾ ਤੋਂ ਸਾਰੇ ਜੀਵ ਆਏ ਨੇ, ਸਾਰਿਆਂ ਨੇ ਉੱਥੇ ਪਹੁੰਚਣਾ ਹੈ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਈਸਾਈ ਹੈ। ਤਾਹੀ ਤੇ ਉਪਜ ਸਭ ਹੈ, ਤਾਹੀ ਮੈਂ ਸਮਾਹੇਂਗੇ। ਉੱਥੋਂ ਨਿਕਲੇ ਸਨ, ਉੱਥੇ ਜਾਣਾ ਹੈ। ਜਿਸ ਪਿਤਾ ਨੇ ਜਨਮ ਦਿੱਤਾ ਹੈ ਉਸੇ ਵਿੱਚ ਵਿਲੀਨ ਹੋ ਜਾਣਾ ਹੈ। ਇਸ ਗੱਲ ਨੂੰ ਪੱਲੇ ਬੰਨਣਾ ਪਵੇਗਾ। ਧਰਮ, ਗੁਰੂ ਸਾਹਿਬ ਨੇ ਵੀ ਕਿਹਾ ਵੀ ਧਰਮ ਪੰਖ ਕਰ ਉੱਡ ਰਿਹਾ। ਇੱਕ ਧਰਮ ਉਹ ਵੀ ਹੈ ਜਿਹੜਾ ਅਸੀਂ ਕਹਿੰਦੇ ਹਾਂ ਧਰਮ ਅਰਥ ਕਾਮ ਮੋਕਸ਼, 4 ਲਕਸ਼ ਬਣਾਤੇ। ਇਹ ਧਰਮ ਉਹ ਧਰਮ ਨਹੀਂ ਜਿਸ ਦੀ ਮੈਂ ਗੱਲ ਕਰ ਰਿਹਾ। ਇਹ ਇੱਕ ਛੋਟਾ ਧਰਮ ਹੈ, ਇਹਦੀ ਧਾਰਮਿਕਤਾ ਹੈ। ਜਿਹੜਾ ਧਰਮ ਹੈ ਉਹਦੇ ਵਿੱਚ ਹੀ ਮੋਕਸ਼ ਹੈ, ਉਹਦੇ ਵਿੱਚ ਹੀ ਅਰਥ ਹੈ, ਉਹਦੇ ਵਿੱਚ ਹੀ ਕਾਮਨਾਵਾਂ ਨੇ, ਸਭ ਕੁਝ ਉਹਦੇ ਵਿੱਚ ਹੀ ਹੈ। ਉਹ ਸਾਡੇ ਅੰਦਰ ਤੇ ਬਾਹਰ ਹੈ। ਧਰਮ ਨਾ
ਸਾਡੇ ਹਿਰਦੇ 'ਚ ਹੋਵੇ ਤੇ ਜਦੋਂ ਸਾਡੇ ਪੱਲੇ ਧਰਮ ਨਹੀਂ ਹੁੰਦਾ ਤੇ ਹੁੰਦਾ ਕੀ ਹੈ? ਜੇ ਸਮਾਜ ਵਿੱਚ ਨਹੀਂ ਹੈ ਤੇ ਅਸ਼ਾਂਤੀ ਆ ਜਾਏਗੀ। ਜੇ ਸਮਾਜ ਵਿੱਚ ਧਰਮ ਨਹੀਂ ਹੈ, ਜੇ ਸਾਡੇ ਅੰਦਰ ਧਰਮ ਨਹੀਂ ਹੈ ਤਾਂ ਸਾਡਾ ਅੰਦਰਲਾ ਅਸ਼ਾਂਤ ਹੋ ਜਾਏਗਾ। ਕਿਉਂ? ਕਿਉਂਕਿ ਧਰਮ ਇੱਕ ਉਹ ਚੀਜ਼ ਹੈ ਜਿਸ ਨੇ ਹਰ ਚੀਜ਼ ਨੂੰ ਬੰਧਨ 'ਚ ਰੱਖਿਆ ਹੋਇਆ ਹੈ, ਜਿਸ ਨੇ ਹਰ ਚੀਜ਼ ਨੂੰ ਬੰਨ੍ਹ ਕੇ ਰੱਖਿਆ ਹੈ। ਜਦੋਂ ਧਰਮ ਸਾਡੇ ਹਿਰਦੇ ਵਿੱਚ ਹੈ ਤਾਂ ਸਾਡਾ ਮਨ ਜਿਹੜਾ ਹੈ ਉਹ ਬੱਝਿਆ ਹੋਇਆ ਹੈ, ਤੇ ਜਦੋਂ ਸਾਡੇ ਅੰਦਰੋਂ ਧਰਮ ਨਿਕਲ ਜਾਂਦਾ ਹੈ ਉਸ ਵੇਲੇ ਫਿਰ ਸਾਡਾ ਮਨ ਟਿਕਦਾ ਨਹੀਂ ਹੈ, ਕਿਉਂਕਿ ਇਹ ਸਰੀਰ ਜਿਹੜਾ ਹੈ ਇਹ ਖੰਡਿਤ ਹੋ ਜਾਂਦਾ ਹੈ। ਜਿਹੜਾ ਗੁਰੂ ਸਾਹਿਬ ਨੇ ਕਿਹਾ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤੀ ਹੋਏ। ਬੰਦਾ ਹੀ ਇਸ ਤਰ੍ਹਾਂ ਜਿਵੇਂ ਇੱਕ ਬੀਜ ਹੁੰਦਾ ਹੈ ਨਾ, ਤੇ ਦਾਲ ਦਾ ਦਾਣਾ ਹੁੰਦਾ ਹੈ ਤੇ ਉਹ ਦੋ ਫਾੜ ਹੋ ਜਾਂਦਾ ਹੈ। ਧਰਮ ਤੋਂ ਬਿਨਾਂ ਬੰਦਾ ਦੋ ਫਾੜ ਹੋ ਜਾਂਦਾ ਹੈ। ਹੁਣ ਜੇ ਦੋ ਫਾੜ ਹੋਏਗਾ ਤੇ ਬੀਜ ਕਿੱਥੋਂ ਉੱਗ ਨਹੀਂ ਸਕਦਾ, ਦਾਲ ਬਣ ਕੇ ਤੇ ਨਹੀਂ ਉੱਗ ਸਕਦਾ। ਜੇ ਦਾਣਾ ਇਕੱਠਾ ਰਹੇਗਾ ਦੋਵੇਂ ਜੁੜੇ ਰਹਿਣਗੇ ਤੇ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਮਨੁੱਖ ਦੀ ਹੈ। ਜੇ ਉਹ ਜੁੜਿਆ ਹੋਇਆ ਹੈ ਧਰਮ ਦੇ ਕਾਰਨ, ਜੁੜਿਆ ਹੋਇਆ ਕਿਹਦੇ ਨਾਲ? ਆਪਣੇ ਆਪ ਨਾਲ। ਅੰਦਰਲਾ ਧਰਮ ਜਿਹੜਾ ਹੈ ਉਸ ਨੂੰ ਸਾਰੇ ਨੂੰ ਜੋੜ ਦਿੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਲੀਨ ਹੋ ਜਾਣਾ, ਆਪੇ ਵਿੱਚ ਲੀਨ ਹੋ ਜਾਣਾ। ਬਾਹਰ ਧਰਮ ਚਾਰੇ ਪਾਸੇ ਹੈ, ਇਸ ਕਰਕੇ ਬੰਦਾ ਸਭ ਨਾਲ ਜੁੜਿਆ ਹੁੰਦਾ ਹੈ। ਕਿਵੇਂ ਜੁੜਿਆ ਹੁੰਦਾ ਹੈ? ਜਿਵੇਂ ਸੰਗਤ ਜੋੜਦੀ ਹੈ। ਸੰਗਤ ਕਿਸ ਵਾਸਤੇ ਹੈ? ਜੋੜਨ ਵਾਸਤੇ, ਤੋੜਨ ਵਾਸਤੇ ਨਹੀਂ ਹੈ। ਸਾਡੀਆਂ ਜਿਹੜੀਆਂ ਸੰਗਤਾਂ ਨੇ ਇਹ ਲੋਕਾਂ ਨੂੰ ਤੋੜਨ ਵਾਸਤੇ ਹੁੰਦੀਆਂ ਨੇ, ਪਰ ਸੰਗਤ ਜਿਹੜੀ ਹੈ ਇਹ ਜੋੜਨ ਵਾਸਤੇ ਹੈ। ਔਰ ਇਹ ਸਿਰਫ ਸਿੱਖਾਂ ਨੂੰ ਜੋੜਨ ਵਾਸਤੇ ਨਹੀਂ ਹੈ, ਸਾਰੀ ਇਨਸਾਨੀਅਤ ਨੂੰ ਜੋੜਨਾ ਸੰਗਤ ਦਾ ਇਹ ਏਮ ਹੈ। ਚਾਰ ਦਰਵਾਜ਼ੇ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੇ ਇਸੇ ਕਰਕੇ ਰੱਖੇ ਸਨ। ਸਾਰੀ ਮਨੁੱਖਤਾ ਜਿਹੜੀ ਹੈ ਉਹਦਾ ਧਰਮ ਇੱਕ ਹੈ। ਇੱਕ ਪੰਕਤੀ ਹੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਗੁਰੂ ਜੀ ਦਾ ਪ੍ਰਯੋਜਨ ਕਿਸੇ ਪੰਥ ਨੂੰ ਮਜ਼ਬੂਤ ਕਰਨਾ ਤੇ ਕਿਸੇ ਪੰਥ ਨੂੰ ਧਾਰਮਿਕ ਬਣਾਉਣਾ ਇਹ ਨਹੀਂ ਹੈ। ਸਭ ਕਲ ਉਦਰੀ, ਜਿਤਨੇ ਵੀ ਜੀਵ ਹਨ, ਸਾਰਾ ਜਿਹੜਾ ਇਹ ਕਲੀ ਦਾ ਸਮਾਂ ਹੈ ਇਹਦੇ ਵਿੱਚ ਆਏ ਹਰ ਜੀਵ ਦਾ ਉਧਾਰ ਕਰਨਾ। ਸਭ ਕਲ ਉਦਰੀ ਇੱਕ ਨਾਮ ਧਰਮ। ਅਗਲੀ ਉਹ ਸਭ ਕਲ ਕਿਵੇਂ ਉਧਰ ਸਕਦੀ ਸੀ? ਕਿਉਂਕਿ ਨਾਮ ਨੂੰ ਧਰਮ ਬਣਾ ਦਿੱਤਾ। ਨਾਮ ਧਰਮ ਹੋ ਗਿਆ, ਮਰਿਆਦਾ ਧਰਮ ਨਹੀਂ। ਇਹ ਧਿਆਨ ਰੱਖਣਾ, ਧਰਮ ਵਿਗੜਿਆ ਜਦੋਂ ਮਰਿਆਦਾ ਧਰਮ ਹੋ ਗਈ। ਗੁਰੂ ਜੀ ਨੇ ਜਿਹੜੀ ਚੀਜ਼ ਮਨੁੱਖਤਾ ਨੂੰ ਦਿੱਤੀ ਸੀ ਉਹ ਸੀ ਧਾਰਮਿਕ ਹੋਣ ਵਾਸਤੇ, ਧਰਮ ਨਾਲ ਜੁੜਨ ਵਾਸਤੇ ਪਰਮੇਸ਼ਰ ਦਾ ਨਾਮ ਲੈਣਾ। ਨਾਮ ਵਿੱਚ ਕੋਈ ਝਗੜਾ ਨਹੀਂ ਹੈ। ਬਾਹਰਲੀ ਵੇਸ਼ ਭੂਸਾ ਜਿਹੜੀ ਹੈ ਇਹਦੇ ਕਰਕੇ ਇੱਕ ਦੂਜੇ ਨਾਲੋਂ ਵਖਰੇਵਾਂ ਪੈਦਾ ਹੁੰਦਾ ਹੈ। ਨਾਮ ਜਿਹੜਾ ਹੈ ਇਹ ਮਨੁੱਖਤਾ ਨੂੰ ਜੋੜਦਾ ਹੈ। ਗੁਰੂ ਜੀ ਨੇ ਨਾਮ ਨੂੰ ਧਰਮ ਬਣਾਇਆ। ਮਨੁੱਖਤਾ ਨੂੰ ਕਿਵੇਂ ਜੋੜਦਾ ਹੈ? ਮਨੁੱਖਤਾ ਨੂੰ ਇਸ ਤਰ੍ਹਾਂ ਨਹੀਂ ਜੋੜਦਾ ਕਿ ਸਾਰੇ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਜਾਣ। ਮਨੁੱਖਤਾ ਨੂੰ ਇੰਜ ਜੋੜਦਾ ਹੈ ਕਿ ਰਾਮ, ਵਾਹਿਗੁਰੂ, ਅੱਲਾ, ਖੁਦਾ, ਕਰੀਮ, ਗੋਡ, ਰਹੀਮ ਸਾਰੇ ਇੱਕੋ ਪਰਮੇਸ਼ਰ ਦੇ ਨਾਮ ਨੇ, ਸਾਰੇ ਹੀ ਨਾਮ ਨੇ। ਜਿਹੜਾ ਗੁਰੂ ਜੀ ਨੇ ਕਿਹਾ ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਜਿੰਨੇ ਵੀ ਤੇਰੇ ਨਾਮ ਨੇ ਮੈਂ ਉਹਨਾਂ ਦੇ ਕੁਰਬਾਨ ਜਾਣਾ, ਉਹ ਤੇਰੇ ਨਾਮ ਨੇ।
ਸੋ ਇਹ ਸਾਨੂੰ ਸਮਝਣਾ ਪਵੇਗਾ, ਮੰਥਨ ਕਰਨਾ ਪਵੇਗਾ ਕਿ ਜਿਵੇਂ ਅਸੀਂ ਧਰਮ ਸਮਝਦੇ ਹਾਂ ਤੇ ਜਿਵੇਂ ਅਸੀਂ ਧਾਰਮਿਕ ਤੌਰ ਤੇ ਵਿਵਹਾਰ ਕਰਦੇ ਹਾਂ, ਇਸ ਵਿੱਚ ਸੁਧਾਰ ਕਰਨ ਦੀ ਕੋਈ ਗੁੰਜਾਇਸ਼ ਹੈ ਜਾਂ ਨਹੀਂ ਹੈ, ਇਹ ਵੇਖਣਾ ਪਵੇਗਾ। ਪਹਿਲਾਂ ਤੇ ਇਹ ਵੇ ਕਿ ਧਰਮ ਤੇ ਪੰਥ ਨੂੰ ਵੱਖ ਕਰਕੇ ਵੇਖਣਾ ਪਵੇਗਾ। ਦੂਜੀ ਚੀਜ਼ ਇਹ ਸੋਚਣੀ ਪਵੇਗੀ ਕਿ ਸਾਰਿਆਂ ਨੇ ਧਰਮ ਤੱਕ ਜਾਣਾ ਹੈ, ਤੇ ਜਿਹੜੇ ਧਰਮ ਦੇ ਰਸਤੇ ਨੇ, ਧਰਮ ਦੀ ਪ੍ਰਾਪਤੀ ਦੇ, ਉਹ ਮਾਰਗ ਭਿੰਨ ਭਿੰਨ ਹਨ, ਮੰਜ਼ਿਲ ਸਾਰਿਆਂ ਦੀ ਇੱਕੋ ਹੈ। ਧਰਮ ਇੱਕ ਸਾਂਝੀ ਚੀਜ਼ ਹੈ ਜਿਸ ਨੇ ਸਾਰੀ ਮਾਨਵਤਾ ਨੂੰ ਇੱਕ ਕਰਨਾ ਹੈ, ਔਰ ਇਹ ਜਿਹੜਾ ਪੰਥ ਗੁਰੂ ਜੀ ਨੇ ਬਣਾਇਆ ਹੈ, ਜਿਹੜਾ ਸਿੱਖ ਪੰਥ ਹੈ, ਖਾਲਸਾ ਪੰਥ ਹੈ, ਇਹ ਉਹਨਾਂ ਨਿਰਮਲ ਵਿਅਕਤੀਆਂ ਦਾ, ਪਵਿੱਤਰ ਵਿਅਕਤੀਆਂ ਦਾ ਸਮੂਹ ਗੁਰੂ ਜੀ ਨੇ ਬਣਾਇਆ ਹੈ, ਜਿਨ੍ਹਾਂ ਨੇ ਧਰਮ ਨੂੰ ਆਪਣੇ ਹਿਰਦੇ ਵਿੱਚ ਟਿਕਾਇਆ ਹੈ, ਤੇ ਉਹ ਧਰਮ ਦਾ ਸੰਦੇਸ਼ ਸਾਰੀ ਮਨੁੱਖਤਾ ਤੱਕ ਪਹੁੰਚਾਉਣ ਲਈ ਸਮਰਪਿਤ ਹਨ। ਅਜੇ ਸਾਡੀ ਕੀ ਪ੍ਰੋਬਲਮ ਹੈ, ਸਿੱਖਾਂ ਦੀ ਤੇ ਖਾਸ ਕਰਕੇ ਇਹ ਪ੍ਰੋਬਲਮ ਹੈ ਕਿ ਨਾ ਉਹਨਾਂ ਨੇ ਗੁਰੂ ਜੀ ਦਾ ਸੰਦੇਸ਼ ਆਪ ਸਮਝਿਆ ਹੈ ਤੇ ਨਾ ਉਹ ਰੁਚੀਮਾਨ ਹਨ ਕਿ ਲੋਕਾਂ ਤੱਕ ਪਹੁੰਚੇ, ਬਲਕਿ ਹੁਣ ਤੇ ਹੋਰ ਖਰਾਬੀਆਂ, ਲੋਕਾਂ ਨੂੰ ਪਾਠ ਕਰਨ ਤੋਂ ਵਰਜਿਤ ਕਰਨਾ, ਲੋਕਾਂ ਨੂੰ ਪੋਥੀਆਂ ਰੱਖਣ ਤੋਂ, ਗੁਟਕੇ ਰੱਖਣ ਤੋਂ ਵਰਜਿਤ ਕਰਨਾ, ਔਰ ਇਸ ਤਰ੍ਹਾਂ ਕਲੇਮ ਕਰਨਾ ਕਿ ਇਹ ਬਾਣੀ ਸਿਰਫ ਸਿੱਖਾਂ ਵਾਸਤੇ ਹੈ ਤੇ ਸਿੱਖ ਹੀ ਰੱਖ ਸਕਦੇ ਨੇ। ਦੂਜਿਆਂ ਤੋਂ ਜੇਕਰ ਗੁਰੂ ਗ੍ਰੰਥ ਸਾਹਿਬ ਦੀ ਕਿਸੇ ਨੇ ਪਾਠ ਕਰਦਾ ਹੈ ਤਾਂ ਉਹਦੇ ਘਰੋਂ ਚੁੱਕ ਕੇ ਲੈ ਆਉਣਾ ਵੀ ਤੂੰ ਤੇ ਬੇਅਦਬੀ ਕਰਦਾ ਹੈ। ਬੇਅਦਬ ਤੇ ਉਹ ਨੇ ਜਿਨ੍ਹਾਂ ਨੇ ਕਿਸੇ ਤੋਂ ਬਾਣੀ ਖੋਹ ਲਈ, ਵੱਡੇ ਬੇਅਦਬ ਉਹ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਤੇ ਸਤਿਕਾਰ ਕਰਦੇ ਹਾਂ, ਉਹ ਵੱਡੇ ਬੇਅਦਬ ਨੇ। ਉਹਨਾਂ ਨੇ ਤੇ ਰੱਬ ਦੀ ਬੇਅਦਬੀ ਕਰ ਦਿੱਤੀ, ਰੱਬ ਦਾ ਨਾਮ ਖੋਹ ਲਿਆ ਲੋਕ ਕਿਸੇ ਤੋਂ। ਇਹ ਧਾਰਮਿਕ ਵਰਤਾਰਾ ਨਹੀਂ ਹੈ, ਇਹ ਬਹੁਤ ਹੀ ਵੱਡਾ ਅਧਾਰਮਿਕ ਕੰਮ ਹੈ, ਕਿਸੇ ਤੋਂ ਬਾਣੀ ਖੋਹ ਕੇ ਲੈ ਜਾਣਾ। ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਪਿਤਾ ਸਮਝ ਕੇ ਨਮਸਕਾਰ ਕਰ ਰਿਹਾ ਹੈ, ਕਿਸੇ ਦਾ ਪਿਤਾ ਖੋਹ ਲੈਣਾ, ਇਹ ਬਹੁਤ ਵੱਡਾ ਪਾਪ ਹੈ, ਅਧਰਮ ਹੈ। ਲੋਕਾਂ ਨੂੰ ਤੇ ਇਹ ਅਹਿਸਾਸ ਕਰਾਉਣਾ ਹੈ ਕਿ ਇਹ ਸਾਰੀ ਮਨੁੱਖਤਾ ਦਾ ਪਿਤਾ ਹੈ ਗੁਰੂ ਗ੍ਰੰਥ ਸਾਹਿਬ। ਤੂੰ ਕਿਉਂ ਨਹੀਂ ਪੜ੍ਹਦਾ ਭਾਈ, ਤੂੰ ਵੀ ਪੜ੍ਹ, ਤੈਨੂੰ ਵੀ ਖੋਲ੍ਹ ਹੈ, ਇਹ ਸਿੱਖਾਂ ਦਾ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਹੈ, ਇਹ ਤੇਰਾ ਵੀ ਹੈ, ਮੇਰਾ ਵੀ ਹੈ, ਸਾਂਝਾ ਪਿਤਾ ਹੈ। ਬਾਣੀ ਵਿੱਚ ਤੇ ਗੁਰੂ ਸਾਹਿਬ ਨੇ ਵਾਰ-ਵਾਰ ਤੂੰ ਸਭਨਾ ਸਾਂਝਾ ਬਾਪ ਹਮਾਰਾ, ਸਾਂਝ ਦੀ ਗੱਲ ਕੀਤੀ, ਪਰੰਤੂ ਅਸੀਂ ਕੀ ਹੈ, ਅਸੀਂ ਉਸ ਸਾਂਝ ਨੂੰ ਤੋੜਨ ਵਿੱਚ, ਲੋਕਾਈ ਨੂੰ, ਸਮਾਜ ਨੂੰ ਖੰਡਿਤ ਕਰਨ ਨੂੰ ਅਸੀਂ ਧਰਮ ਜਾਣਨ ਲੱਗ ਗਏ। ਤਾਂ ਇਹ ਸਾਨੂੰ ਮੰਥਨ ਕਰਨਾ ਪਵੇਗਾ ਔਰ ਇਹ ਸਮਝਣਾ ਪਵੇਗਾ ਕਿ ਇਹ ਜੋ ਕੁਛ ਅਸਥਿਰਤਾ ਧਰਮ ਦੇ ਨਾਮ ਤੇ ਹੈ, ਇਹ ਧਰਮ ਨਹੀਂ ਹੈ। ਇਹ ਪੰਥਕ ਸੰਕੀਰਨਤਾ ਹੈ, ਧਾਰਮਿਕ ਸੰਕੀਰਨਤਾ ਵੀ ਨਹੀਂ ਕਹਿਣਾ ਚਾਹੀਦਾ, ਧਰਮ ਬੜਾ ਪਵਿੱਤਰ ਸ਼ਬਦ ਹੈ, ਪੰਥਕ ਸੰਕੀਰਨਤਾ ਹੈ। ਇਹ ਪੰਥਕ ਸੰਕੀਰਨਤਾ ਤੋੜ ਕੇ ਸਿੱਖ ਨੇ ਨਾਮ ਧਰਮ ਦਾ ਬੋਧ ਲੋਕਾਈ ਤੱਕ ਕਰਵਾਣਾ ਹੈ। ਪਰ ਉਹ ਤਾਂ ਹੋਵੇਗਾ ਵੀ ਜੇ ਆਪਣਾ ਕਰਮਕਾਂਡ, ਅਸੀਂ ਕਰਮਕਾਂਡ ਤੋਂ ਮੁਕਤ ਹੋਵਾਂਗੇ, ਨਾਮ ਵਾਲੇ ਬਣਾਂਗੇ ਤੇ ਤਾਂ ਹੈ ਨਾ। ਅਸੀਂ ਖੁਦ ਕਰਮਕਾਂਡ ਹੀ ਹਾਂ। ਟਕਰਾਅ ਕਿੱਥੇ ਹੈ? ਇੱਕ ਕਰਮਕਾਂਡ ਦਾ ਦੂਜੇ ਕਰਮਕਾਂਡ ਨਾਲ ਟਕਰਾਅ ਹੈ। ਜੇ ਸਾਰੇ ਨਾਮ ਧਰਮ ਵਾਲੇ ਪਾਸੇ ਲੱਗ ਜਾਣ, ਜੇ ਮੁਸਲਮਾਨ ਇਹ ਸਮਝ ਲਵੇ ਕਿ 5 ਵੇਲੇ ਦੀਆਂ ਨਮਾਜ਼ਾਂ, ਉਹਦਾ ਵਜੂ ਕਰਨਾ, ਉਹਦਾ ਹੱਜ ਕਰਨਾ, ਇਹ ਇੱਕ ਕਰਮਕਾਂਡ ਹੈ ਸਮੁਦਾਇ ਦਾ, ਇਹਦੀ ਕੋਈ ਰੂਹਾਨੀ ਵੈਲਿਊ ਨਹੀਂ ਹੈ ਜਦੋਂ ਤੱਕ ਬੰਦਾ ਇਹਦੇ ਚੋਂ ਰੂਹਾਨੀਅਤ ਲੈਂਦਾ ਨਹੀਂ। ਤੇ ਸਿੱਖ ਇਹ ਮਹਿਸੂਸ ਕਰਨ ਲੱਗ ਜਾਵੇ
कि उसका अमृत वेले उठ के इशनान करना, पाठ करना, ये तदों तक कर्मकांड है जदों तक नाम नाल प्यार नहीं लग्या, नाम ये निकलिया नहीं, ये कर्मकांड है। जदों इसनूं कर्मकांड समझ लवांगे और पंथ का कर्मकांड समझ लवांगे, जिहड़ा करना कुछ हद तक जरूरी भी है, परंतु इनू धर्म नहीं समझांगे तो विवाद खत्म हो जाएंगे। समझ आ जाएगी ये अपने अनुशासन अनुसार कर्मकांड कर रहे हैं, अपने अनुशासन, परंतु मंजिल तो इको है, धर्म साडा साझा है। ये अपने तरीके नाल यत्न कर रहे हैं, मैं अपने नाल कर रहा। जदों धर्म असीं कर्मकांड नूं अपनी मर्यादा नूं धर्म बना दिंदे हां ते फिर दूजे नूं कहने हां तूं अधार्मिक है। ते असां गुरु साहब तो, सच्चे पातशाह गुरु ग्रंथ साहब की बाणी तो ये संदेश प्राप्त करना है कि धर्म ते चंगे गुण ने, दैवी गुण ने, डिवाइन क्वालिटीज़ ने, जिहड़ियां सरदार हरिंदरपाल सिंह दसिया भी दया ते संतोख गुरु साहब गुरु नानक ते महाराज कह गए ने। दया संतोख जिहदे विचों अगे सारे ही गुण जिहड़े गुणां दा मूल हैं, इन्हां गुणां नूं धारण करना धर्म है। इन्हां गुणां तो बिना धर्म नहीं है। और ये एहसास करना बहुत जरूरी है कि असीं सिर्फ धार्मिक लिबास ते धार्मिक कर्मकांड करके धार्मिक नहीं हो जावांगे। धार्मिक उदों होवांगे जदों धर्म हिरदे विच स्थापित हो जाएगा, जदों साडा अंदर ते बाहर स्वच्छ हो जाएगा। जियों निर्मल बाहरों निर्मल, जिहड़ा असीं बाणी च पढ़दे हां। एक है बाहरों निर्मल ते जियों मैले, ते उहदे नाल गल बनने वाली नहीं है। जे जीओ निर्मल होवे ते बाहरों निर्मल होवेगा तां गल बनने वाली है। जीओ निर्मल बाहरों निर्मल हो के असीं धार्मिक हो सकते हाँ। चित्त विच बेईमानी रख के हक पराया नानका उसूर उस गाए, गुरु पीर हामा तां परे जा मुरदार ना खाए। ये पराया हक खा गया तो फिर सोचे मैं धार्मिक हाँ। इहो जिहा धार्मिक लोगों ने धर्म के नाम से जगह जगह ते अग लाई हुई है। वो धार्मिक लोग ने, स्वार्थी लोग ने। पुजारी धर्म नालों तोड़दा है, हमेशा धर्म नाल जोड़दा नहीं है। इस गल का ध्यान रखना है कि सब तो वड्डी जिहड़ी धर्म की प्रॉब्लम है वह है पुजारीवाद। पुजारीवाद पंथक संकीर्णता, पुजारी जिहड़ा है वह पंथक संकीर्णता प्रसारदा है। क्यों? क्योंकि उसने अपने समुदाय का शोषण धर्म के नाम से करना है। इस करके वो धार्मिक समुदाय या धार्मिक पंथ नूं ठीक दिशा नहीं देता, गलत दिशा दे देगा। कदे कदे ये भी कह दिंदा भी दूजिਆਂ ਨਾਲ लड़न वास्ते सानू अपनी पापूलेशन ਵਧਾਣੀ चाहिए। वो मनुखता की समस्या नहीं समझ रहा। मनुखता उसका कोई उद्देश्य ही नहीं है। उन्होंने ये नहीं कि मानवता सुचज्जी किवें बने, उन्होंने ये लगता है कि साडी गिनती दूजिਆਂ नाल डंडा सोटा चलाना पिया तो ज़्यादा गिनती होनी चाहिए, इस करके बच्चे ज़्यादा पैदा करो। कदे कोई कह दिंदा, कदे कोई, सिखां च भी कहंदे ने। कल्ले ये नहीं कि वो कल्ले साक्षी महाराज ही कहंदे ने, साडे लोग भी कहंदे ने, मुसलमानां दे जिहड़े मौलवी ने वो भी कहंदे ने। हर समुदाय इस गल विच लग्या होया है कि साडी पापूलेशन वध जाए। इस पासे नहीं लगे हुए कि लोग धार्मिक हो जान, लोग चंगे बन जान। जे क्रिश्चियनिटी है तो जो क्राइस्ट ने उपदेश दिता वो लोगों तक पहुँचे। जे इस्लाम है तो हज़रत मुहम्मद साहब का जिहड़ा संदेश लोगों तक पहुँचे। जे सिक्खी है तो गुरु नानक साहब के उपदेश सारे विश्व तक उस तरह पहुँचन जिवें उन्होंने जगह जगह पर जाके दिते सन। उन्हें उपदेश मक्का च भी दिता, बगदाद भी दिता, सुमेर ते भी जा चढ़े, योगियों को भी चले गए, मुसलमानों को भी चले गए, ब्राह्मणों को भी चले गए। उन्होंने सारी संकीर्णता धार्मिक तोड़ दी ना, सारिया बाउंड्रीज खत्म कर दी।
ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉੱਤਰ ਦਿਸ਼ਾ ਵਿੱਚ ਨਹੀਂ ਜਾਣਾ ਤੇ ਪੂਰਬ ਵਿੱਚ ਨਹੀਂ ਜਾਣਾ ਤੇ ਦੱਖਣ ਦਿਸ਼ਾ ਮਾੜੀ ਹੈ। ਸਾਡੇ ਤੇ ਦੇਸ਼ ਵਿੱਚ ਸੰਕੀਰਨਤਾ ਇਤਨੀ, ਦੱਖਣ ਦਿਸ਼ਾ ਹੀ ਖਰਾਬ ਹੈ। ਉੱਤਰ ਚੰਗਾ ਹੈ ਕਿਉਂਕਿ ਆਰੀਆ ਰਹਿੰਦੇ ਨੇ ਇੱਧਰ, ਦੱਖਣ ਖਰਾਬ ਹੈ ਕਿਉਂਕਿ ਅਨਾਰੀਆ ਰਹਿੰਦੇ ਨੇ। ਇਹ ਸੰਕੀਰਨਤਾ ਸਾਰੀ ਜਿਹੜੀ ਧਾਰਮਿਕ ਸੀ ਗੁਰੂ ਜੀ ਨੇ ਤੋੜੀ। ਉਹਨਾਂ ਨੇ ਕਿਹਾ ਹਾਜੀ ਦਾ ਲਿਬਾਸ ਵੀ ਬੁਰਾ ਨਹੀਂ ਜੀ, ਉਹਦਾ ਪ੍ਰਯੋਜਨ ਠੀਕ ਹੈ, ਹਾਜੀ ਬਣ ਗਏ। ਉਹਨਾਂ ਕਿਹਾ ਹਿੰਦੂ ਸਾਧੂ ਅਗਰ ਉਹਦਾ ਪ੍ਰਯੋਜਨ ਠੀਕ ਹੈ ਇਹ ਵੀ ਖਰਾਬ ਨਹੀਂ ਹੈ। ਉਹਨਾਂ ਕਿਹਾ ਸਿੱਧ ਵੀ ਖਰਾਬ ਨਹੀਂ ਹੈ। ਉਹਨਾਂ ਨੇ ਕਿਹਾ ਸਿੱਧ ਤੇ ਬੜੇ ਕਲਿਆਣਕਾਰੀ ਨੇ, ਸਿੱਧ ਛਾਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਦੁਨੀਆ ਵਿੱਚ ਜਾਓ ਦੁਨੀਆ ਦੀ ਕਲਿਆਣ ਕਰੋ। ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਸਿੱਧ ਹੋ ਤੇ ਸਿੱਧ ਮਤ ਫੈਲਾਓਗੇ, ਮੈਂ ਤੇ ਤੁਹਾਡਾ ਮਤ ਰੋਕਣਾ। ਉਹਨਾਂ ਨੇ ਕਿਤੇ ਜਾ ਕੇ ਕਿਹਾ ਹੀ ਨਹੀਂ। ਉਹਨਾਂ ਇਹ ਨਹੀਂ ਕਿਹਾ ਕਿ ਮੈਂ ਤੇ ਇਸਲਾਮ ਦੀਆਂ ਜਿਹੜੀਆਂ ਤੁਹਾਡੀਆਂ ਟੀਚਿੰਗ ਨੇ ਇਹਨਾਂ ਨੂੰ ਗਲਤ ਸਾਬਤ ਕਰਨ ਵਾਸਤੇ ਬਗਦਾਦ ਮੱਕਾ ਮਦੀਨਾ ਆਇਆ। ਉਹਨਾਂ ਤੇ ਇਹ ਕਿਹਾ ਕਿ ਜੋ ਸੱਚਾ ਸੁੱਚਾ ਸੰਦੇਸ਼ ਕੁਰਾਨ ਵਿੱਚ ਬੰਦ ਹੈ ਉਹ ਤੁਹਾਡੇ ਹਿਰਦਿਆਂ 'ਚ ਵਸਿਆ ਨਹੀਂ। ਮੈਂ ਤੁਹਾਨੂੰ ਯਾਦ ਕਰਵਾਉਣਾ ਆ ਵੀ ਕੁਰਾਨ ਵਿੱਚ ਤਾਂ ਇਹ ਲਿਖਿਆ ਹੋਇਆ ਹੈ। ਕੁਰਾਨ ਤਾਂ ਇਹ ਕਹਿੰਦੀ ਹੈ ਕਿ ਰੱਬ ਮਨੁੱਖ ਦੀ ਸ਼ਾਹ ਰਗ ਤੋਂ ਨੇੜੇ ਆ, ਔਰ ਜਿੱਧਰ ਨਮਾਜ਼ੀ ਦਾ ਮੂੰਹ ਹੁੰਦਾ ਉੱਧਰ ਹੀ ਰੱਬ ਹੈ। ਤੁਸੀਂ ਇਹਨੂੰ ਕਾਹਨੂੰ ਕੈਦ ਕਰਦੇ ਹੋ? ਹਿੰਦੂਆਂ ਨੂੰ ਜਾ ਕੇ ਕਿਹਾ ਭਰਾਵਾ ਇਹ ਪਾਣੀ ਤੇਰਾ ਸੂਰਜ ਤੱਕ ਕਿੱਥੇ ਜਾਣਾ, ਰੱਬ ਦਾ ਨਾਂ ਲੈ ਤੂੰ, ਪਰ ਚੰਗੇ ਗੁਣ ਧਾਰਨ ਕਰਨ, ਚੰਗਾ ਇਨਸਾਨ ਬਣੇ, ਫੋਕਰ ਕਰਮ ਕਾਂਡ ਛੱਡ। ਉਹਨਾਂ ਨੇ ਆਰਤੀ ਕਰਕੇ ਦਿਖਾਈ, ਕਹਿੰਦੇ ਕਿਹੜੀ ਆਰਤੀ ਤੂੰ ਰੱਬ ਦੀ ਕਰੇ? ਰੱਬ ਦੀ ਆਰਤੀ, ਮੂਰਤੀਆਂ ਦੀ ਆਰਤੀ ਰੱਬ ਦੀ ਆਰਤੀ ਹੈ। ਰੱਬ ਦੀ ਆਰਤੀ ਦੇਖ, ਕਿਤਨੀ ਵਿਸ਼ਾਲ ਕੁਦਰਤ ਦਾ ਆਨੰਦ ਮਾਣ, ਕੈਸੀ ਆਰਤੀ ਕੁਦਰਤ ਵਿੱਚ ਪ੍ਰਵਾਹਿਤ ਹੋ ਰਹੀ ਹੈ, ਉਸ ਨੂੰ ਦੇਖ। ਸੋ ਇਹ ਗੁਰੂ ਜੀ ਨੇ ਧਰਮ ਦਾ ਸੰਦੇਸ਼ ਇਸ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਸੀ। ਸਾਨੂੰ ਵੀ ਧਰਮ ਨੂੰ ਠੀਕ ਅੰਡਰਸਟੈਂਡ ਕਰਕੇ ਧਰਮ ਦੇ ਜਿਹੜੇ ਸਦਗੁਣ ਨੇ ਉਹ ਆਪਣੇ ਵਿੱਚ, ਆਪਣੀ ਕਮਿਊਨਿਟੀ ਵਿੱਚ, ਤੇ ਫਿਰ ਉਸ ਨੂੰ ਮਨੁੱਖਤਾ ਵਿੱਚ ਨਿਸਵਾਰਥ ਹੋ ਕੇ, ਇਹ ਸਵਾਰਥ ਰੱਖ ਕੇ ਬਿਨਾਂ ਕਿ ਇਹਨੂੰ ਸਿੱਖ ਬਣਾ ਲਵਾਂਗਾ ਨਾ। ਸਿੱਖ ਬਣਾਉਣਾ ਪ੍ਰਯੋਜਨ ਨਹੀਂ ਹੈ, ਚੰਗਾ ਇਨਸਾਨ ਬਣਨਾ ਤੇ ਚੰਗਾ ਇਨਸਾਨ ਬਣਾਉਣਾ ਇਹ ਪ੍ਰਯੋਜਨ ਹੈ ਸਿੱਖੀ ਦਾ। ਇਸ ਨੂੰ ਸਮਝਣਾ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ। ਸਮਾਂ ਮੈਂ ਕੁਝ ਜ਼ਿਆਦਾ ਰਹਿ ਗਿਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ। ਡਾਕਟਰ ਸਾਹਿਬ ਧਰਮ ਦੇ ਨੂੰ ਬੜੀ ਚੰਗੀ ਤਰ੍ਹਾਂ ਡਾਕਟਰ ਸਾਹਿਬ ਨੇ ਸਮਝਾਇਆ। ਗੁਰੂ ਗ੍ਰੰਥ ਸਾਹਿਬ ਦਾ ਧਰਮ ਅਮਲ ਹੈ, ਪ੍ਰੈਕਟਿਸ ਹੈ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੁਰਬਾਣੀ ਦੇ ਵਿੱਚ ਸਾਫ਼ ਲਿਖਿਆ ਹੈ। ਮੈਂ ਇੱਕ ਲਾਈਨ ਤੋਂ ਪਿੱਛੇ 8-10 ਦਿਨ ਪਹਿਲੇ ਪਾਠ ਕਰਦੇ ਇੱਕ ਲਾਈਨ ਆਈ ਸਾਹਮਣੇ, ਜਿਸ ਨੇ ਸ਼ਾਇਦ ਉਸ ਰਾਤ ਤਾਂ ਮੈਂ ਸੋ ਨਹੀਂ ਸਕਿਆ। ਗੁਰਬਾਣੀ ਦੀ ਲਾਈਨ ਸੀ ਕਿ ਨਿਵਾਜ ਸੋਈ ਜੋ ਨਿਆਓ ਵਿਚਾਰੇ। ਮੁੱਲੇ ਨੂੰ ਸੰਬੋਧਨ ਹੋ ਰਹੇ ਨੇ ਕਿ ਤੂੰ ਕਿਸੇ ਨਾਲ ਇਨਸਾਫ ਕਰ ਦੇ, ਕਿਸੇ ਦਾ ਭਲਾ ਕਰ ਦੇ, ਤੇਰੀ ਨਮਾਜ਼ ਹੋ ਗਈ। ਸਾਨੂੰ ਵੀ ਕਹਿ ਰਹੇ ਨੇ ਕਿ ਤੂੰ ਕਿਸੇ ਨਾਲ ਇਨਸਾਫ ਕਰ ਦੇ, ਕਿਸੇ ਦੀ ਭਲਾਈ ਕਰ ਦੇ, ਤੇਰੀ ਸੁਖਮਨੀ ਸਾਹਿਬ ਹੋ ਗਈ। ਇਹ ਸਾਨੂੰ ਵੀ ਸੰਦੇਸ਼ ਹੈ। ਇਸ ਗੱਲ ਨੂੰ ਆਪਾਂ ਸਮਝੀਏ। ਦੇਖੋ ਜੰਗਲ ਦਾ ਰਾਜ ਦੇ 'ਚ ਇੱਕ ਕਾਨੂੰਨ ਹੈ, ਈਟ ਆਰ ਬੀ ਈਟਨ। ਮਨੁੱਖਤਾ ਦੇ ਸਮਾਜ ਦਾ ਅਸੂਲ ਹੈ, ਡਿਫਾਈਨ ਆਰ ਬੀ ਡਿਫਾਈਨਡ। ਜਾਂ ਆਪਣੇ ਆਪ ਨੂੰ ਡਿਫਾਈਨ ਕਰੋ ਜਾਂ ਤੁਹਾਨੂੰ ਦੂਸਰੇ ਡਿਫਾਈਨ ਕਰਨਗੇ। ਬੁੱਧ ਧਰਮ ਦੀ ਇੱਕ ਕੋਟੇਸ਼ਨ ਹੈ, ਅਪ ਦੀਪੋ ਭਵ, ਆਪਣੇ ਦੀਵੇ ਆਪ ਬਣੋ, ਆਪਣੇ ਆਪ ਨੂੰ ਡਿਫਾਈਨ ਆਪ ਕਰੋ। ਇਨਸਾਨੀਅਤ ਤੁਹਾਡੇ ਅੰਦਰ ਕਿੰਨੀ ਕੁ ਹੈ ਉਹਦੀ ਡਿਫਾਈਨ ਕਰੋ। ਇਹ ਲੈਂਪ ਡਜ਼ ਨਾਟ ਸਪੀਕ। ਇੱਕ ਮੋਮਬੱਤੀ ਜਾਂ ਦੀਵਾ ਜਾਂ ਲੈਂਪ ਬੋਲਦਾ ਨਹੀਂ ਹੈ। ਉਹਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਉਹਦੀ ਲਾਈਟ ਤੋਂ ਹੈ। ਤਾਂ ਇਹ ਜਿਹੜੀ ਗੱਲ ਧਰਮ ਦੀ ਹੈ, ਧਰਮ ਅਪ ਦੀਪੋ ਭਵ ਹੈ। ਧਰਮ ਦਾ ਰਸਤਾ ਜਿਹੜਾ ਹੈ ਜਾਂ ਜਿਹੜਾ ਮਾਰਗ ਹੈ, ਮਾਰਗ ਜਾਣਨ ਨਾਲ ਨਹੀਂ ਚੱਲਣ ਨਾਲ ਤੈਅ ਹੋਣਾ। ਧਰਮ ਸਿਰਫ ਜ਼ਬਾਨ ਤੱਕ ਨਾ ਰਵੇ, ਅੰਦਰ ਜਾਵੇ। ਜਿਵੇਂ ਰੋਟੀ ਖਾਣੇ ਅੰਦਰ ਜਾਂਦੀ ਖੂਨ ਬਣਦਾ ਹੈ, ਧਰਮ ਅੰਦਰ ਜਾ ਕੇ ਮੂੰਹ ਤੱਕ ਸੀਮਤ ਨਾ ਰਹੇ, ਅੰਦਰ ਜਾ ਕੇ ਤੁਹਾਡੀ ਰਗਾਂ ਵਿੱਚ ਜਾਵੇ। ਕਿਆ ਕਮਾਲ ਹੈ। ਮੁੰਦਾਵਣੀ ਦੇ ਵਿੱਚ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰ, ਜੇ ਕੋ ਖਾਵੇ ਜੇ ਕੋ ਭੂੰਚੇ। ਹਜ਼ਮ ਕਿਹੜਾ ਕਰ ਲੇਗਾ? ਜਿਹੜਾ ਤੁਹਾਡੇ ਖੂਨ ਵਿੱਚ ਤਾਂ ਜਾਏਗਾ ਉਹ। ਇਹ ਗੁਰੂ ਗ੍ਰੰਥ ਸਾਹਿਬ ਦੇ ਐਂਡ ਗੁਰੂ ਸਾਹਿਬ ਨੇ ਇੱਥੇ ਕੀਤਾ। ਤਾਂ ਇਹ ਇੱਕ ਡੈਫੀਨੇਸ਼ਨ ਧਰਮ ਦੀ ਜਿਹੜੀ ਮੈਨੂੰ ਬਹੁਤ ਬਹੁਤ ਚੰਗੀ ਲੱਗਦੀ ਹੈ, ਉਹ ਹੈ ਕਿ ਦੂਸਰਿਆਂ ਦੇ ਕੀਤੇ ਗੁਨਾਹ ਦੇ ਵਿੱਚ ਆਪਣਾ ਕਸੂਰ ਲੱਭਣਾ ਧਰਮ ਹੈ। ਦੂਸਰੇ ਦੇ ਕੀਤੇ ਗੁਨਾਹ ਵਿੱਚ ਆਪਣਾ ਕਸੂਰ ਲੱਭਣਾ ਧਰਮ ਹੈ।
ਤੋ ਇਹ ਅੱਜ ਦੇ ਅਸੀਂ ਇਸ ਲੈਕਚਰ ਵਿੱਚ ਕੋਸ਼ਿਸ਼ ਕੀਤੀ ਕਿ ਧਰਮ ਅਸਲ ਵਿੱਚ ਕੀ ਹੈ ਇਸ ਨੂੰ ਸਮਝੀਏ। ਔਰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹੋ। ਗੁਰੂ ਗ੍ਰੰਥ ਸਾਹਿਬ ਦੇ ਜਦੋਂ ਤੁਸੀਂ ਮੁਤਾਲਿਆ ਕਰੋਗੇ, ਸਤਕਾਰ ਦੀ ਗੱਲ ਕਰ ਰਹੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਡਾ ਸਤਕਾਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਲਿਵ ਕਰਨਾ। ਇਸ ਤੋਂ ਵੱਡਾ ਕੋਈ ਸਤਕਾਰ ਨਹੀਂ। ਇਹ ਜਿਹੜੇ ਉੱਪਰਲੀ ਸਤਕਾਰ ਨੇ ਜ਼ਰੂਰੀ ਨੇ, ਪਰ ਸਭ ਤੋਂ ਵੱਡਾ ਸਤਕਾਰ ਇਸ ਨੂੰ ਪੜ੍ਹਨਾ ਔਰ ਇਸ ਨੂੰ ਸਮਝਣਾ। ਅੱਜ ਨਹੀਂ ਇੰਨੀਆਂ ਇਹ ਬੇਨਤੀਆਂ ਨੇ।